दुख निकंदन अमरदास गुर हृदय ध्यावो जी हृदय ध्यावो। श्री गुरु रामदास गुण गावो। गुरु अर्जन विघ्नन के नासक विघ्नन के नासक। हरि गोबिंद शुभ मत प्रकाशक। श्री हर राय नमो कर जोरी नमो कर। श्री हर कृष्ण मनाहु बहोरी। तेग बहादुर परम कृपाला जी परम कृपाला। श्री गुरु गोबिंद सिंह विशाला धरों धरा पार। पुन पुन सीसा वाहिगुरु पुन पुन बंदों बार बार जगदीसा। एक ओंकारा सतगुरु तेह प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उदध बंदों कर अनुराग। कहाँ बुद्ध प्रभ तुच्छ हमारी बरन सके महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। चौकीदार खरे चौह पासे अंतर तिस कर के गुर बासे। मिट्या प्रकाश तिमर जब छायो देह भयानक प्रेत सो आयो। वाहिगुरु जी का खालसा वाहिगुरु जी की फतेह। सन्मान जो गुरु की साजी नवाजी गुरु खालसा साध संगत। आप जी अत्यंत वडभागे हो। गुरु की गोद विच बैठ के गुरबाणी दे कीर्तन का लाहा प्राप्त किया है। आओ हुण अपनियां मन बिरतियां श्री गुरु तेग बहादुर साहब जी के चरणों 'च जोड़ीए। जदों सतगुरु जी दिल्ली भूतां दी हवेली विच टिकाए गए, काजियां मलाणियां ने जान बुझ के ये साजिश रची सी कि गुरु नूं भूतां दी हवेली 'च रखीए, जिहड़ी हवेली 'चों कोई जिंदा बाहर नहीं आउंदा। जे गुरु मारिया गया तां भी साडा रस्ता साफ है, तो जे गुरु बच गया तो असी देखांगे भी गुरु कोल कोई शक्ति कोई करामात है। इस तरह की इन्होंने झूठी कूड़ कपट की साजिश रच के गुरु साहब जी का पहली रात का जो वसेबा है, सतगुरां का आसन है, वो दिल्ली विच लवाया भूतां की हवेली विच। वो कथा आप जी सरवण कर चुके हो। आओ हुण अगली कथा रात के समय की होया सरवण करिए। प्यार नाल श्री गुरु तेग बहादुर साहब सच्चे पातशाह जी दे पावन चरणों 'च सुरत जोड़िए। आखिए सतनाम श्री वाहे गुरु साहिब जी। सतनाम श्री वाहे गुरु साहिब जी। चौकीदार खरे चौह पासे। साध संगत जी महाराज दे आले दुआले उस हवेली दे बाहर बहुत सख्त पहरा सरकार ने लाया होया है। चारे पासे चौकीदार खड़े हन।
ਅੰਤਰ ਤਿਸ ਕਰਕੇ ਗੁਰਬਾਸੇ। ਤੇ ਸਤਿਗੁਰੂ ਮਹਾਰਾਜ ਉਸ ਭੂਤਾਂ ਦੀ ਹਵੇਲੀ ਦੇ ਅੰਦਰ ਨਿਵਾਸ ਕੀਤਾ ਹੈ। ਮਿਟਿਆ ਪ੍ਰਕਾਸ਼ ਤਿਮਰ ਜਬ ਛਾਇਓ। ਜਦੋਂ ਸਾਧ ਸੰਗਤ ਜੀ ਸੂਰਜ ਛਿਪ ਗਿਆ ਤੇ ਹਨੇਰਾ ਪੈ ਗਿਆ, ਦੇਹ ਭਿਆਨਕ ਪ੍ਰੇਤ ਸੋ ਆਇਓ। ਰਾਤ ਦੇ ਸਮੇਂ ਬੜੀ ਭਿਆਨਕ ਦੇਹ ਵਾਲਾ ਭੂਤ ਪ੍ਰੇਤ ਗੁਰੂ ਸਾਹਿਬ ਦੇ ਸਾਹਮਣੇ ਪ੍ਰਗਟ ਹੋ ਗਿਆ। ਜੋ ਉਸ ਹਵੇਲੀ 'ਚ ਪ੍ਰੇਤ ਆਤਮਾ ਰਹਿੰਦੀ ਸੀ, ਉਹ ਪ੍ਰੇਤ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਗਿਆ। ਹਾਥ ਜੋਰ ਪਦ ਬੰਧਨ ਠਾਨੀ। ਉਸ ਪ੍ਰੇਤ ਨੇ ਪਹਿਲਾਂ ਦੇਖੋ ਸਾਧ ਸੰਗਤ ਜੀ, ਉਸ ਹਵੇਲੀ 'ਚ ਕੋਈ ਵੀ ਆਉਂਦਾ ਸੀ ਉਹਨੂੰ ਮਾਰ ਦਿੰਦਾ ਸੀ, ਉਹਦੀ ਲਾਸ਼ ਹੀ ਮਿਲਦੀ ਸੀ। ਪਰ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ ਹੈ। ਭਇਓ ਦੀਨ ਮੁਖ ਬਿਨੈ ਬਖਾਨ। ਉਸ ਪ੍ਰੇਤ ਆਤਮਾ ਨੇ ਬੜੀ ਨਿਮਰਤਾ ਨਾਲ, ਬੜੀ ਦੀਨਤਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਇਉਂ ਬੇਨਤੀ ਕੀਤੀ ਹੈ। ਪ੍ਰਭ ਜੀ ਬਾਸਤ ਮਾਰੋ ਭਇਓ। ਹੇ ਸਤਿਗੁਰੂ ਮਹਾਰਾਜ ਜੀ, ਆਪ ਜੀ ਦੀ ਕਿਰਪਾ ਬਖਸ਼ਿਸ਼ ਕਰਕੇ ਇੱਥੇ ਡੇਰੇ ਲਾਏ ਹਨ, ਇਸ ਮੇਰੀ ਹਵੇਲੀ 'ਚ ਚਰਨ ਪਾਏ ਹਨ। ਧੰਨ ਅਹੋ ਮੈਂ ਦਰਸ਼ਨ ਦਇਓ। ਮੈਂ ਆਪਣਾ ਜਨਮ ਸਫਲਾ ਸਮਝਦਾ ਹਾਂ। ਧੰਨ ਹੈ ਮੇਰੀ ਆਤਮਾ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋ ਰਹੇ ਹਨ। ਮੈਂ ਬਹੁਤ ਪਾਪੀ ਆਤਮਾ, ਬੁਰੇ ਕੰਮ ਕੀਤੇ ਹੋਏ ਤੇ ਉਹਨਾਂ ਦੀ ਸਜ਼ਾ ਭੋਗੀ ਹੈ। ਇਸ ਭੈੜੀ ਜੂਨੀ ਵਿੱਚ, ਪ੍ਰੇਤ ਜੂਨੀ 'ਚ ਰਿਹਾ ਹਾਂ। ਅੱਜ ਮੇਰੇ ਭਾਗ ਜਾਗੇ ਹਨ। ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਹੋ ਰਹੇ ਹਨ। ਕਰਹੁ ਮੋਹਿ ਪਰ ਹੁਕਮ ਵਡੇਰਾ। ਹੁਣ ਆਪਣਾ ਹੁਕਮ ਮੈਨੂੰ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰਾਂ? ਜੋ ਵੀ ਆਪ ਹੁਕਮ ਕਰੋਗੇ ਮੈਂ ਉਹੀ ਸੇਵਾ ਨਿਭਾਵਾਂਗਾ। ਜਾਨਹੁ ਆਪ ਮੋਹਿ ਕਹ ਚੇਰਾ। ਮਹਾਰਾਜ, ਸਾਰੀ ਸ੍ਰਿਸ਼ਟੀ ਤੁਹਾਡੇ ਚਰਨਾਂ ਦੀ ਸੇਵਕ ਹੈ ਤੇ ਮੈਂ ਵੀ ਤੁਹਾਡਾ ਨਿੱਕਾ ਜਿਹਾ ਛੋਟਾ ਜਿਹਾ ਚੇਲਾ ਹਾਂ, ਦਾਸ ਹਾਂ, ਸੇਵਕ ਹਾਂ। ਜਲ ਸਪਰਸ਼ ਬੇ ਸ਼ਕਤੀ ਨਾਹੀ। ਮਹਾਰਾਜ, ਮੇਰੇ 'ਚ ਪਾਣੀ ਨੂੰ ਛੂਹਣ ਦੀ ਸ਼ਕਤੀ ਨਹੀਂ ਹੈ। ਜੋ ਭੂਤ ਪ੍ਰੇਤ ਹੁੰਦੇ ਆ ਸਾਧ ਸੰਗਤ ਜੀ, ਪਾਣੀ ਤੋਂ ਬਹੁਤ ਦੂਰ ਰਹਿੰਦੇ, ਕਿਉਂਕਿ ਜਲ ਜਿਹੜਾ ਹੈ ਇਹ ਪ੍ਰਮਾਤਮਾ ਦੀ ਯਾਦ ਦਿਵਾਉਂਦਾ ਹੈ। ਜਲ ਮਿਲਿਆ, ਪਰਮੇਸ਼ਰ ਮਿਲਿਆ, ਤਨ ਕੀ ਤਪਤ ਬੁਝਾਈ। ਜਦੋਂ ਪਾਣੀ ਆਪਣੇ ਸਰੀਰ 'ਤੇ ਸਵੇਰੇ ਪਾਈਏ ਨਾ, ਤੇ ਸਭ ਤੋਂ ਪਹਿਲਾਂ ਮੂੰਹ ਤੋਂ ਵਾਹਿਗੁਰੂ ਹੀ ਨਿਕਲਦਾ ਹੈ, ਕਿਉਂਕਿ ਜਲ ਨੇ ਜਾਮ ਨਹੀਂ ਭਰੀ ਸੀ ਬੰਦੇ ਦੀ। ਜਦੋਂ ਮਾਂ ਦੇ ਪੇਟ ਵਿੱਚ ਅਰਦਾਸਾਂ ਕਰਦਾ ਸੀ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਮੈਨੂੰ ਇਸ ਗਰਭ ਘੋੜ ਵਿੱਚੋਂ ਕੱਢ ਲੈ, ਇਸ ਗਰਭ ਕੁੰਡ ਵਿੱਚੋਂ ਕੱਢ ਕੇ ਮੈਨੂੰ ਸੰਸਾਰ ਦਾ ਦਰਸ਼ਨ ਕਰਾ ਦੇ, ਮੈਂ ਬਹੁਤ ਦੁਖੀ ਹਾਂ। 9 ਮਹੀਨੇ ਪੁੱਠਾ ਮਾਂ ਦੇ ਪੇਟ 'ਚ ਇਹ ਲੁਟਕਿਆ ਹੋਇਆ ਜੀਵ ਪਰੇਸ਼ਾਨ ਸੀ। ਉਸ ਵੇਲੇ ਪਰਮੇਸ਼ਰ ਨੇ ਪੁੱਛਿਆ ਵੀ ਦੱਸ, ਤੈਨੂੰ ਕੱਢ ਤੇ ਦਿੰਦੇ ਆ, ਪਰ ਤੂੰ ਸਾਡਾ ਨਾਮ ਜਪੇਂਗਾ, ਇਸ ਗੱਲ ਦੀ ਗਰੰਟੀ ਕੌਣ ਦੇਗਾ? ਕੋਈ ਜਾਮ ਨਹੀਂ ਦੇਗਾ। ਜੇ ਕੋਈ ਤੇਰਾ ਗਵਾਹ ਹੈ ਤੇ ਤੈਨੂੰ ਅਸੀਂ ਬਾਹਰ ਸੰਸਾਰ 'ਚ ਭੇਜ ਦਿੰਦੇ। ਕਹਿੰਦੇ ਉਸ ਵੇਲੇ ਫਿਰ ਇਹਨੇ ਆਖਿਆ ਵੀ ਮੇਰੀ ਜਾਮਨੀ ਜਲ ਦੇਵਤਾ, ਵਰਣ ਦੇਵਤਾ ਦੇਵੇਗਾ। ਜਲ ਨੂੰ ਬੇਨਤੀ ਕੀਤੀ ਵੀ ਮੇਰੀ ਗਵਾਹੀ ਦੇ ਦੇ। ਉਹਨੇ ਆਖਿਆ ਠੀਕ ਹੈ ਮਹਾਰਾਜ, ਪਰਮੇਸ਼ਰ ਜੀ, ਮੈਂ ਇਹਦੇ ਕੋਲੋਂ ਤੁਹਾਡਾ ਨਾਮ ਜਪਾਵਾਂਗਾ। ਸੋ ਸਾਧ ਸੰਗਤ ਜੀ, ਜਦੋਂ ਸਵੇਰੇ ਆਪਾਂ ਇਸ਼ਨਾਨ ਕਰਨ ਲੱਗੀਦਾ ਹੈ, ਸਰੀਰ 'ਤੇ ਠੰਡਾ ਠੰਡਾ ਪਾਣੀ ਪੈਂਦਾ, ਉਸ ਵੇਲੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ, ਕੁਛ ਨਾ ਕੁਛ ਰੱਬ ਦੇ ਨਾਂ ਨਿਕਲਦੇ ਆ। ਸੋ ਜਲ ਦੇ ਨੇੜੇ, ਜਲ ਵਿੱਚ ਦੇਵਤਿਆਂ ਦਾ ਪ੍ਰਕਾਸ਼ ਹੈ, ਪ੍ਰਮਾਤਮਾ ਦੀ ਸ਼ਕਤੀ ਹੈ। ਸਭ ਤੋਂ ਵੱਡਾ ਦੇਵਤਾ ਜਲ ਦੇਵਤਾ ਹੀ ਹੈ। ਇਹਨੇ ਸੰਸਾਰ ਪੈਦਾ ਹੁੰਦਾ। ਜਿਸ ਜਲ ਨਾ ਹੋਵੇ ਆਪਾਂ ਕੋਈ ਵੀ ਇਸ ਸੰਸਾਰ 'ਤੇ ਹੋ ਹੀ ਨਹੀਂ ਸਕਦੇ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਸੰਸਾਰ ਦੀ ਉਤਪਤੀ ਪਾਣੀ ਤੋਂ ਹੀ ਹੈ। ਪੌਣ ਗੁਰੂ, ਪਾਣੀ ਪਿਤਾ। ਸੋ ਉਹ ਪਾਣੀ ਨੇ ਜੇ ਸ਼ਕਤੀ ਰੱਖੀ ਹੋਈ ਹੈ ਵੀ ਉਹਦੇ 'ਚ ਦੈਵੀ ਪ੍ਰਕਾਸ਼ ਹੈ, ਆਸੁਰੀ ਪ੍ਰਕਾਸ਼ ਨਹੀਂ, ਰਾਖਸ਼ਾਂ ਵਾਲਾ ਨਹੀਂ। ਭੂਤ ਪ੍ਰੇਤ, ਜਿੰਨ ਬੈਤਾਲ, ਬੁਰੀਆਂ ਰੂਹਾਂ ਪਾਣੀ ਤੋਂ ਡਰਦੀਆਂ ਹਨ। ਤੇ ਸਾਧ ਸੰਗਤ ਜੀ, ਜਿਹੜੇ ਬਹੁਤ ਆਲਸੀ, ਲੇਜੀ, ਮੇਰੇ ਵਰਗੇ ਬੰਦੇ ਨਾਮ ਨਹੀਂ ਜਪਦੇ, ਉਹ ਵੀ ਪਾਣੀ ਤੋਂ ਡਰਦੇ ਆ। ਸ਼ਰਾਬੀ ਕਬਾਬੀਆਂ ਨੂੰ ਸਾਧ ਸੰਗਤ ਜੀ ਸਵੇਰੇ ਸਵੇਰੇ ਕਹੀ ਉੱਠ ਕੇ ਇਸ਼ਨਾਨ ਕਰੋ, ਬੜੇ ਦੁਖੀ ਹੁੰਦੇ ਆ। ਕਹਿੰਦੇ ਨਹਾਉਣਾ ਪੈ ਗਿਆ ਠੰਡੇ ਪਾਣੀ ਨਾਲ, ਉਹ ਵੀ ਗਰਮ ਪਾਣੀ ਦਾ ਭਾਵੇਂ ਨਹਾ ਨੂੰ ਲੈਣ, ਠੰਡੇ ਨਾਲ ਨਹੀਂ ਨਹਾਉਂਦੇ। ਤੇ ਇਹ ਜਿਹੜੀ ਸ਼ਕਤੀਆਂ ਹਨ ਨਾ ਮਾੜੀਆਂ, ਭੂਤ ਪ੍ਰੇਤ, ਜਿੰਨ ਬੈਤਾਲ, ਇਹ ਪਾਣੀ ਤੋਂ ਡਰਦੀਆਂ ਹਨ।
ਕਹਿੰਦਾ ਮਹਾਰਾਜ ਜਲ ਸਪਰਸ਼ ਕੀ ਸ਼ਕਤ ਨਾ ਮੋਹੀ, ਮੇਰੀ ਜਲ ਨੂੰ ਛੂਹਣ ਦੀ ਸ਼ਕਤੀ ਨਹੀਂ ਹੈ, ਮੈਂ ਜਲ ਨਹੀਂ ਤੁਹਾਨੂੰ ਛਕਾ ਸਕਦਾ ਲਿਆ ਕੇ। ਜੇ ਆਹਾਰ ਲਿਆ ਬਹੁਤ ਪਾਹੀ, ਪਰ ਸੁੱਕਾ ਭੋਜਨ ਜਿਹੜਾ ਖਾਣ ਵਾਲਾ ਉਹ ਮੈਂ ਤੁਹਾਡੇ ਕੋਲ ਲਿਆ ਸਕਦਾ ਹਾਂ ਗੁਰੂ ਜੀ। ਮੋਹ ਹਾਥ ਕੋ ਅਜਹੋ ਕੇ ਨਹਤੇ, ਹੁਣ ਮੈਨੂੰ ਇਹ ਵੀ ਡਰ ਹੈ ਵੀ ਮੇਰੇ ਹੱਥ ਦਾ ਭੋਜਨ ਛਕੋਗੇ ਵੀ ਕਿ ਨਹੀਂ, ਕਿਉਂਕਿ ਮਹਾਂਪੁਰਸ਼ ਸਾਧੂ ਮਹਾਤਮਾ ਅਕਸਰ ਜਿਹੜੇ ਨੇ ਭੋਜਨ ਬੜਾ ਸੁੱਚਮ ਨਾਲ ਛਕਦੇ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਜੈਸਾ ਅੰਨ ਵੈਸਾ ਮਨ, ਜਿਹੋ ਜਿਹਾ ਭੋਜਨ ਛਕੀਏ ਉਹੋ ਜਿਹੀ ਸਾਡੀ ਬਿਰਤੀ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਡਰ ਹੈ ਵੀ ਤੁਸੀਂ ਮੇਰੇ ਹੱਥ ਦਾ ਭੋਜਨ ਪਤਾ ਨਾ ਛਕੋ ਕਿ ਨਾ ਛਕੋ। ਅਪਰ ਸੇਵ ਮੈਂ ਕਰਹੁ ਜੋ ਕਹਤੇ ਹੋ, ਹੋਰ ਕੋਈ ਸੇਵਾ ਹੋਵੇ ਤਾਂ ਉਹ ਮੈਨੂੰ ਦੱਸੋ, ਮੈਂ ਉਹ ਵੀ ਕਰਨ ਨੂੰ ਤਿਆਰ ਹਾਂ। ਇਹਾ ਜ ਦੋਖੀ ਦੁਸ਼ਟ ਤੁਮਾਰੇ, ਬਾਕੀ ਮਹਾਰਾਜ ਇੱਥੇ ਦਿੱਲੀ ਦੇ ਵਿੱਚ ਜਿੰਨੇ ਤੁਹਾਡੇ ਦੁਸ਼ਟ ਹਨ, ਦੋਖੀ ਦੁਸ਼ਮਣ ਹਨ, ਕਹੋ ਜਸ ਹਦੇ ਬਹੁਤ ਸਮਾਰੇ, ਜਿਹਨੂੰ ਕਹੋ ਉਹਨੂੰ ਹੀ ਪਾਰ ਬੁਲਾ ਦੇਣਾ। ਮਾੜਾ ਜਿਹਾ ਇਸ਼ਾਰਾ ਤਾਂ ਕਰੋ ਗੁਰੂ ਜੀ। ਔਰੰਗਜ਼ੇਬ ਦੀ ਸੰਗੀ ਘੁੱਟਦੇ ਆ ਜਾ ਕੇ ਹੁਣੇ ਹੀ, ਸਵੇਰ ਤੱਕ ਲਾਸ਼ ਹੀ ਮਿਲੇਗੀ ਸੁੱਤੇ ਪਏ ਦੀ। ਹੋਰ ਦੱਸੋ ਮੈਂ ਕਿਸ ਨੂੰ ਮਾਰਾਂ? ਜਿਹੜੇ ਤੁਹਾਡੇ ਦੁਸ਼ਮਣ ਦੋਖੀ ਹਨ ਮੈਂ 1 ਮਿੰਟ ਵਿੱਚ ਨਿਬੇੜ ਸਕਦਾ ਹਾਂ। ਕਹੋ ਨਗਰ ਤੇ ਦੂਰ ਭਗਾਵਹੁ, ਜੇ ਤੁਸੀਂ ਕਹੋ ਹੁਕਮ ਦੇ ਦਿਓ ਮਾੜਾ ਜਿਹਾ ਤੇ ਫੜ ਕੇ ਔਰੰਗਜ਼ੇਬ ਨੂੰ ਦਿੱਲੀ ਤੋਂ ਬਾਹਰ ਦੂਰ ਸੁੱਟ ਦਿਆਂ ਕਿਤੇ, ਜਾਂ ਇਹਨਾਂ ਤੁਰਕਾਂ ਦਾ ਹੀ ਨਾਮੋ ਨਿਸ਼ਾਨ ਮਿਟਾ ਦਿਆਂ ਜਿਹੜੇ ਤੁਹਾਡੇ ਵਰਗੇ ਮਹਾਂਪੁਰਸ਼ਾਂ ਨਾਲ ਮਾੜਾ ਸਲੂਕ ਕਰ ਰਹੇ ਹਨ। ਕੋਈ ਨ ਜਾਣੈ ਤਹਾਂ ਪਹੁੰਚਾਵਹੁ, ਇਹੋ ਜਿਹੀ ਥਾਂ ਤੇ ਪਹੁੰਚਾ ਦਿਆਂ ਇਹਨਾਂ ਨੂੰ ਵੀ ਇਹਨਾਂ ਨੂੰ ਕੋਈ ਜਾਣੇ ਨਾ ਵੀ ਕਿੱਥੇ ਗਏ ਨੇ। ਇਹ ਜਿਹੜੇ ਬਾਦਸ਼ਾਹ ਬਣੇ ਫਿਰਦੇ ਨੇ, ਕਾਜੀ ਮੁਲਾਣੇ, ਵੱਡੇ ਵੱਡੇ ਤੁਰਕ ਦਿੱਲੀ 'ਚ ਭੂਤਰੇ ਫਿਰਦੇ ਨੇ, ਇਹ ਤਾਂ ਮਹਾਰਾਜ ਲੱਭਣਗੇ ਵੀ ਨਹੀਂ। ਮੈਂ ਇਹੋ ਜਿਹੀ ਥਾਂ ਤੇ ਪਹੁੰਚਾ ਦਿਆਂਗਾ, ਇਹੋ ਜਿਹੇ ਇਹਨਾਂ ਨੂੰ ਮੈਂ ਠੱਡੇ ਲਾਵਾਂਗਾ ਵੀ ਮੁੜ ਕੇ ਇਹਨਾਂ ਦੀ ਉਗ ਸੁਗ ਵੀ ਨਹੀਂ ਨਿਕਲੇਗੀ। ਪਤਰ ਆਦ ਤਿਨ ਕੇ ਕਰਨਾਸ਼, ਤੇ ਮਹਾਰਾਜ ਇਹਨਾਂ ਨੂੰ ਕੱਲਿਆਂ ਨੂੰ, ਇਹਨਾਂ ਦੇ ਬੱਚਿਆਂ ਨੂੰ ਵੀ ਮਾਰ ਦਿਆਂ, ਇਹਨਾਂ ਦਾ ਖੂਨ ਬੀਜ ਨਾਸ਼ ਕਰ ਦਿਆਂਗਾ ਮੈਂ। ਕਰੋ ਉਪਾਰਣ ਜਰੈ ਆਵਾਸ, ਇਹਨਾਂ ਦੀਆਂ ਜੜ੍ਹਾਂ ਹੀ ਉਡਾ ਦਿਆਂਗਾ, ਜੜ੍ਹਾਂ ਹੀ ਪੁੱਟ ਦਿਆਂਗਾ, ਘਰ-ਬਾਰ ਬਰਬਾਦ ਕਰ ਦਿਆਂਗਾ ਮੈਂ ਇਹਨਾਂ ਦਾ। ਬਰਾਬਰ ਕੀ ਆਇਸ ਅਨਸਾਰੀ, ਹੇ ਗੁਰੂ ਜੀ ਮਾੜੀ ਜੀ ਆਪ ਜੀ ਦੀ ਆਗਿਆ ਦੀ ਦੇਰ ਹੈ, ਮੈਨੂੰ ਹੁਕਮ ਕਰ ਦਿਓ। ਮੈਂ ਆਪ ਜੀ ਦੇ ਹੁਕਮ ਦੇ ਵਿੱਚ ਹਰ ਕੰਮ ਜੋ ਨਹੀਂ ਹੋ ਸਕਦਾ ਉਹ ਵੀ ਕਰਨ ਨੂੰ ਤਿਆਰ ਹਾਂ। ਮੈਂ ਕਰ ਸਕਾ ਸਕਲ ਹੀ ਕਾਰੀ, ਇਹ ਸਤਿਗੁਰੂ ਜੀ ਮੈਂ ਹਰ ਕੰਮ ਕਰ ਸਕਦਾ ਹਾਂ। ਸ੍ਰੀ ਗੁਰੂ ਤੇਗ ਬਹਾਦਰ ਕਹਿਓ, ਇਹ ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹਮਨੇ ਦੁਆਸ਼ੀ ਕੋ ਨਹ ਲਹਿਓ, ਮਹਾਰਾਜ ਕਹਿੰਦੇ ਭਾਈ ਸਾਡਾ ਕੋਈ ਦੁਸ਼ਮਣ ਨਹੀਂ ਹੈ। ਸੰਤਾਂ ਦਾ ਕੌਣ ਦੁਸ਼ਮਣ ਹੁੰਦਾ? ਉਹਦਾ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਉਹਨਾਂ ਨੂੰ ਤੇ ਸਾਰੇ ਸਰੀਰਾਂ 'ਚ ਪਰਮਾਤਮਾ ਹੀ ਦਿਸਦਾ, ਉਹਨਾਂ ਨੂੰ ਦੇਵਤਿਆਂ ਵਿੱਚ ਵੀ ਪਰਮਾਤਮਾ ਦਿਸਦਾ ਹੈ, ਦੈਂਤਾਂ ਵਿੱਚ ਵੀ ਪਰਮਾਤਮਾ ਦਿਸਦਾ ਹੈ, ਆਪਣਿਆਂ ਵਿੱਚ ਵੀ ਪਰਮਾਤਮਾ ਦਿਸਦਾ ਹੈ ਤੇ ਬਗਾਨਿਆਂ ਵਿੱਚ ਵੀ ਪਰਮਾਤਮਾ ਹੀ ਦਿਸਦਾ ਹੈ। ਲਹਿ ਕੇ ਸਹੂ ਸੰਗਾਰਣ ਬਨੈ, ਮਹਾਰਾਜ ਕਹਿੰਦੇ ਜਦੋਂ ਸਾਰੇ ਹੀ ਪਰਮੇਸ਼ਰ ਦਾ ਰੂਪ ਨੇ, ਮਾਰੀਏ ਕਿਸ ਨੂੰ? ਦੁਸ਼ਮਣ ਕਿਹਨੂੰ ਮੰਨੀਏ? ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਸ ਕਰਕੇ ਭਾਈ ਕਿਸੇ ਨੂੰ ਮਾਰਨਾ ਸਾਡਾ ਇਰਾਦਾ ਹੀ ਨਹੀਂ ਹੈ। ਸਰਬ ਜੀਵ ਨਿਜ ਭਾਗਨ ਸਨੈ, ਅਸਲ ਵਿੱਚ ਸਾਰੇ ਜੀਵ ਆਪਣੇ ਆਪਣੇ ਕਰਮਾਂ ਦਾ ਲੇਖਾ ਜੋਖਾ ਪੂਰਾ ਕਰਦੇ ਨੇ। ਪਰਾਲਬਧ ਦੇ ਅਧੀਨ ਜੋ ਕਿਸੇ ਨੇ ਪਿਛਲੇ ਜਨਮਾਂ 'ਚ ਕੰਮ ਕੀਤੇ ਹੁੰਦੇ ਚੰਗੇ ਜਾਂ ਮਾੜੇ, ਉਹਦਾ ਫਲ ਭੋਗਦੇ ਇਸ ਜਨਮ ਦੇ ਵਿੱਚ। ਅਗਲੇ ਜਨਮਾਂ ਲਈ ਹੋਰ ਪੁੱਠੇ ਸਿੱਧੇ ਕੰਮ ਕਰ ਲੈਂਦੇ, ਚੰਗੇ ਵੀ ਕਰ ਲੈਂਦੇ, ਮਾੜੇ ਵੀ ਕਰ ਲੈਂਦੇ। ਚੰਗਿਆਂ ਦਾ ਸੁੱਖ ਮਿਲਦਾ ਅਗਲੇ ਜਨਮਾਂ 'ਚ, ਮਾੜੇ ਕਰਮਾਂ ਦਾ ਦੁੱਖ ਮਿਲਦਾ ਅਗਲੇ ਜਨਮਾਂ 'ਚ। ਇਸ ਤਰ੍ਹਾਂ ਇਹ ਸਰਕਲ ਚੱਲਦਾ ਰਹਿੰਦਾ। ਅਨਾਦਿ ਕਾਲ ਤੋਂ ਅਨੰਤ ਕਾਲ ਤੱਕ ਇਹ ਖੇਡ ਚੱਲ ਰਹੀ ਹੈ। ਇਹਦਾ ਪਿਛਲਾ ਸਿਰਾ ਵੀ ਕਿਸੇ ਦੇ ਹੱਥ ਨਹੀਂ ਆਉਂਦਾ ਤੇ ਅਗਲਾ ਵੀ ਕਿਸੇ ਦੇ ਹੱਥ ਨਹੀਂ ਆਉਂਦਾ। ਐਸੀ ਇਹ ਆਤਮਾ ਦੀ ਖੇਡ ਹੈ। ਹੇ ਭਾਈ, ਆਪਣੇ ਆਪਣੇ ਕਰਮਾਂ ਦਾ ਸਾਰੇ ਫਲ ਭੋਗਦੇ ਨੇ। ਕਿਸੇ ਨੂੰ ਕੀ ਮਾਰੀਏ ਤੇ ਕੀ ਨਾ ਮਾਰੀਏ। ਦੇਵ ਦੇਤ ਦੁਖ ਸੁਖ ਸਭ ਕਾਬੂ, ਉਹ ਪਰਮਾਤਮਾ ਸਭ ਨੂੰ ਕਰਮਾਂ ਦਾ ਫਲ ਦਿੰਦਾ ਹੈ। ਪਾਪਾਂ ਦਾ ਫਲ ਦੁੱਖ ਦੇ ਦਿੰਦਾ ਹੈ, ਪੁੰਨਾਂ ਦਾ ਫਲ ਸੁੱਖ ਦਿੰਦਾ। ਲੋਕ ਭੋਗੀ ਜਾਂਦੇ ਆ, ਕਦੀ ਸੁਖੀ ਹੋ ਗਏ, ਕਦੀ ਦੁਖੀ ਹੋ ਗਏ। ਜ਼ਿੰਦਗੀ ਦੇ ਵਿੱਚ ਹਰ ਬੰਦਾ ਸੁੱਖ ਵੀ ਭੋਗਦਾ, ਹਰ ਬੰਦਾ ਦੁੱਖ ਵੀ ਭੋਗਦਾ। ਸੁੱਖ ਦੁੱਖ ਦੋਏ ਦਰ ਕੱਪੜੇ,
ਪਹਿਰੈ ਜਾਏ ਮਨੁੱਖ। ਇਹ ਸੁੱਖ ਤੇ ਦੁੱਖ ਦੋ ਪ੍ਰਮਾਤਮਾ ਵੱਲੋਂ ਕੱਪੜੇ ਮਿਲੇ ਹੋਏ ਨੇ, ਵਾਰੀ ਵਾਰੀ ਬਦਲ ਬਦਲ ਕੇ ਹਰ ਇਨਸਾਨ ਪਹਿਨਦਾ ਹੈ। ਇਹ ਨਹ ਦੋਸ਼ ਅਪਰ ਕਿਸ ਮਾਹੂ। ਮਹਾਰਾਜ ਕਹਿੰਦੇ ਇਹਦੇ 'ਚ ਕਿਸੇ ਦਾ ਕੀ ਦੋਸ਼ ਹੈ? ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰਜਨ, ਜੋ ਮੈਂ ਕੀਤਾ ਉਹ ਮੈਂ ਭੋਗਣਾ। ਸਾਰੇ ਸੰਸਾਰ ਦੇ ਵਿੱਚ ਜੀਵ ਜਿੰਨੇ ਵੀ ਨੇ ਉਹ ਸਭ ਭਾਈ ਏਦਾਂ ਕਰਮ ਗਤੀ ਅਨੁਸਾਰ ਚੱਲਦੇ ਹਨ। ਪੰਡਤ ਮੂਡ ਰਾਵ ਅਰ ਰੰਕਾ। ਭਾਵੇਂ ਇੱਥੇ ਕੋਈ ਪੰਡਤ ਪੜ੍ਹਿਆ ਲਿਖਿਆ ਵਿਦਵਾਨ ਗਿਆਨੀ ਸ਼ਾਸਤਰਾਂ ਦਾ ਵੇਦਾਂ ਦਾ ਗਿਆਤਾ ਹੋਵੇ, ਤੇ ਭਾਵੇਂ ਕੋਈ ਮਹਾਮੂਰਖ ਅਨਪੜ੍ਹ ਅੰਗੂਠਾ ਛਾਪ ਬਿਲਕੁਲ ਮੂਰਖ ਹੋਵੇ, ਭਾਵੇਂ ਕੋਈ ਰਾਜਾ ਮਹਾਰਾਜਾ ਚੱਕਰਵਰਤੀ ਸਮਰਾਟ ਬਾਦਸ਼ਾਹ ਹੋਵੇ, ਤੇ ਭਾਵੇਂ ਕੋਈ ਭੀਖ ਮੰਗਣ ਵਾਲਾ ਕੰਗਾਲ ਭਿਖਾਰੀ ਹੋਮਲੈਸ ਹੋਵੇ, ਕੋਈ ਵੀ ਇਨਸਾਨ ਇਸ ਦੁਨੀਆ ਤੇ ਹੈ। ਸਭ ਕੇ ਸੀਸ ਕਾਲ ਕੋ ਡੰਕਾ। ਸਭ ਦੇ ਸਿਰ ਦੇ ਉੱਤੇ ਮੌਤ ਦਾ ਡੰਕਾ ਵੱਜਣਾ ਹੀ ਵੱਜਣਾ, ਕਾਲ ਦਾ ਡੰਕਾ ਵੱਜਣਾ ਹੀ ਵੱਜਣਾ। ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਇਹ ਸਾਰੇ ਸਿਰਾਂ ਦੇ ਉੱਤੇ ਕਾਲ ਭਗਵਾਨ ਮੰਡਰਾ ਰਿਹਾ ਹੈ। ਉਹ ਦੇਖਦਾ ਰਹਿੰਦਾ ਟਾਈਮ, ਜਦੋਂ ਸਵਾਸ ਪੂਰੇ ਹੋ ਗਏ ਉਸੇ ਵੇਲੇ ਝਟਕ ਦਿੰਦਾ। ਭਾਵੇਂ ਕੋਈ ਰਾਜਾ ਹੋਵੇ ਭਾਵੇਂ ਭਿਖਾਰੀ ਹੋਵੇ, ਇੱਥੇ ਸੰਸਾਰ ਤੇ ਸਭ ਮਰਦੇ ਹਨ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੈ ਖਰਨਾ। ਜੋ ਵੀ ਦਿਸਦਾ ਹੈ ਸੰਸਾਰ ਵਿੱਚ ਇੱਕ ਦਿਨ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਕਰਮ ਸ਼ੁਭਾਸ਼ੁਭ ਜੇ ਕਰੇ ਅੰਤੇ। ਸਤਿਗੁਰੂ ਕਹਿੰਦੇ ਭਾਈ ਜਿਹੜੇ ਬੰਦੇ ਚੰਗੇ ਮਾੜੇ ਕਰਮ ਕਰਦੇ, ਸ਼ੁਭ ਅਸ਼ੁਭ ਕਰਮ ਕਰਦੇ ਹਨ, ਗਮਨਹ ਸੰਕ ਹੋਤ ਜਬ ਅੰਤ। ਤੇ ਜਦੋਂ ਅੰਤ ਆਉਂਦਾ ਉਹਦੇ ਕਰਮ ਨਾਲ ਜਾਂਦੇ ਨੇ, ਹੋਰ ਕੁਝ ਨਹੀਂ ਜਾਂਦਾ। ਪੈਸਾ ਨਹੀਂ ਜਾਂਦਾ ਨਾਲ, ਧੀਆਂ ਪੁੱਤਰ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਕੋਈ ਨਹੀਂ ਜਾਂਦਾ ਨਾਲ। ਗੱਡੀਆਂ ਕਾਰਾਂ ਬਿਜ਼ਨਸ ਔਰ ਸਾਧ ਸੰਗਤ ਜੀ ਦੋਸਤ ਮਿੱਤਰ ਯਾਰ ਸਰਕਾਰ ਕੁਛ ਵੀ ਨਾਲ ਨਹੀਂ ਜਾਂਦਾ। ਜਦੋਂ ਬੰਦਾ ਜਾਂਦਾ ਸਰੀਰ ਵੀ ਨਾਲ ਨਹੀਂ ਜਾਂਦਾ, ਹੱਥ ਪੈਰ ਨਹੀਂ ਜਾਂਦੇ, ਅੱਖਾਂ ਕੰਨ ਨੱਕ ਮੂੰਹ ਨਹੀਂ ਜਾਂਦਾ। ਜਾਂਦਾ ਕੀ ਹੈ? ਜਿਹੜੇ ਚੰਗੇ ਜਾਂ ਮਾੜੇ ਪਾਪ ਜਾਂ ਪੁੰਨ ਕਰਮ ਕੀਤੇ ਹੁੰਦੇ ਨੇ ਉਹ ਨਾਲ ਜਾਂਦੇ ਹਨ ਬੰਦੇ ਦੇ। ਕਾਰਨ ਕਰਨ ਏਕ ਕਰਤਾਰ। ਸਭ ਕੁਝ ਕਰਨ ਵਾਲਾ ਕਾਰਨ ਕਰਨ ਕਰਤਾਰ ਇੱਕੋ ਹੀ ਹੈ ਭਾਈ। ਤਿਸ ਆਗੇ ਕਿਆ ਜੀਵ ਵਿਚਾਰ। ਉਹਦੇ ਸਾਹਮਣੇ ਇਸ ਵਿਚਾਰੇ ਜੀਵ ਦੀ ਕੀ ਔਕਾਤ ਹੈ? ਇਹ ਉਹਦੇ ਸਾਹਮਣੇ ਬੱਝਾ ਹੋਇਆ, ਉਹਦੇ ਹੁਕਮ ਤੋਂ ਬਾਹਰ ਪੱਤਾ ਵੀ ਨਹੀਂ ਹਿਲ ਸਕਦਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਇਹ ਹੁਕਮ ਦੀ ਸਾਰੀ ਖੇਡ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਮਾਰਹ ਰਾਖੈ ਸਭ ਕੋ ਸੋਏ। ਮਹਾਰਾਜ ਕਹਿੰਦੇ ਮਾਰਹ ਰਾਖੈ ਏਕੋ ਆਪ, ਮਾਨੁ ਕੈ ਕਛ ਨਾਹੀ ਹਾਥ। ਸਾਰਿਆਂ ਨੂੰ ਮਾਰਨ ਵਾਲਾ ਤੇ ਬਚਾਉਣ ਵਾਲਾ ਉਹੀ ਹੈ, ਆਪ ਹੀ ਹੈ। ਜਾਂ ਤੇ ਰਹੀਐ ਤੂਸ਼ਨ ਹੋਏ। ਇਸ ਕਰਕੇ ਹੈ ਭਾਈ ਤੂੰ ਚਿੰਤਾ ਨਾ ਕਰ, ਸ਼ਾਂਤ ਰਹੋ, ਚੁੱਪ ਰਹੋ। ਅਸੀਂ ਨਹੀਂ ਕਿਸੇ ਨੂੰ ਮਰਵਾਉਣਾ ਤੇਰੇ ਕੋਲੋਂ। ਇਹ ਤੁਰਕਾਂ ਨੂੰ ਜ਼ਾਲਮਾਂ ਨੂੰ ਮਾਰਨ ਵਾਲਾ ਕੋਈ ਹੋਰ ਹੀ ਹੈ। ਉਹ ਆਪ ਹੀ ਇਹਨਾਂ ਨੂੰ ਜ਼ੁਲਮ ਦੇ ਕਰਮਾਂ ਦੀ ਪਾਪਾਂ ਦੀ ਸਜ਼ਾ ਦੇਵੇਗਾ। ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿਣਾ। ਸੁਣ ਕੇ ਪ੍ਰੇਤ ਵਿਚਾਰਤ ਭਇਓ। ਇਹ ਸੁਣ ਕੇ ਉਹ ਪ੍ਰੇਤ ਵਿਚਾਰਨ ਲੱਗਾ ਸ਼੍ਰੀ ਗੁਰ ਬਾਸੋ ਮਮ ਟਿਕ ਥਿਓ। ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਘਰ ਆਏ ਨੇ, ਮੇਰਾ ਟਿਕਾਣਾ ਹੈ, ਮੇਰੀ ਹਵੇਲੀ ਹੈ, ਭੂਤਾਂ ਦੀ ਹਵੇਲੀ ਹੈ। ਇਹ ਸੇਵਾ ਕਰੋ ਇਨ ਹੋ ਕੀ ਕੋਈ। ਕੋਈ ਨਾ ਕੋਈ ਸੇਵਾ ਤਾਂ ਮੈਨੂੰ ਕਰਨੀ ਚਾਹੀਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾਏ। ਇਹਨਾਂ ਮਹਾਂਪੁਰਸ਼ਾਂ ਦੀ ਸਤਿਗੁਰਾਂ ਦੀ ਸੇਵਾ ਕਰਕੇ ਮੈਂ ਆਪਣਾ ਜੀਵਨ ਸਫਲਾ ਕਰ ਲਵਾਂ। ਮੋਹਿ ਕਿਰਤਾਰਥ ਤਬ ਹੋਈ। ਜੇ ਮੇਰੀ ਸੇਵਾ ਸਫਲ ਹੋ ਗਈ, ਗੁਰੂ ਦੀ ਸੇਵਾ 'ਚ ਮੈਂ ਲੱਗ ਗਿਆ, ਮੈਂ ਕਿਰਤਾਰਥ ਹੋ ਜਾਵਾਂਗਾ, ਮੈਂ ਨਿਹਾਲ ਹੋ ਜਾਵਾਂਗਾ। ਅੰਤਰ ਧਿਆਨ ਭਇਓ ਤਤਕਾਲ। ਐਸਾ ਸੋਚ ਕੇ ਉਹ ਭੂਤ ਜਿਹੜਾ ਸੀ ਪ੍ਰੇਤ
ਗੁਰੂ ਸਾਹਿਬ ਦੇ ਸਾਹਮਣੇ ਨਮਸਕਾਰ ਕਰਕੇ ਅੰਤਰ ਧਿਆਨ ਹੋ ਗਿਆ, ਭਾਵ ਅਲੋਪ ਹੋ ਗਿਆ ਗਮਨਿਆ ਜਹਾਂ ਬਾਜ਼ਾਰ ਵਿਸਾਲਾ ਤੇ ਬਾਜ਼ਾਰ ਵੱਲ ਚਲਾ ਗਿਆ। ਦਿੱਲੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਉਹਦੀ ਆਤਮਾ ਨੇ ਉਡਾਰੀ ਮਾਰੀ ਹੈ। ਖੋਜਤ ਫਿਰਤ ਵਿਚਾਰਤ ਸੋਏ ਤੇ ਬਾਜ਼ਾਰ 'ਚ ਲੱਭਦਾ ਫਿਰਦਾ ਹੈ, ਗੁਰੂ ਸਾਹਿਬ ਲਈ ਕੀ ਲੈ ਕੇ ਚੱਲਾਂ, ਕੀ ਚੁੱਕ ਕੇ ਲੈ ਜਾਵਾਂ ਜਿਹੜਾ ਗੁਰੂ ਸਾਹਿਬ ਨੂੰ ਛਕਾਵਾਂ। ਤਿਨ ਕੇ ਹਿਤ ਲੈ ਬਾਵਤ ਕੋਏ ਮਹਾਰਾਜ ਦੇ ਵਾਸਤੇ ਕੋਈ ਵਸਤੂ ਲੈ ਚੱਲਾਂ ਜਿਹੜੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਛਕ ਲੈਣ। ਜੋ ਮੁਝ ਕਰਤੇ ਪਛਨ ਕਰ ਹੈ ਚੀਜ਼ ਉਹ ਹੋਣੀ ਚਾਹੀਦੀ ਹੈ ਜਿਹੜੀ ਮੇਰੇ ਹੱਥ ਲੱਗਿਆਂ ਨਾਲ ਖਰਾਬ ਨਾ ਹੋਵੇ, ਕਿਉਂਕਿ ਜਿਹੜਾ ਪਕਵਾਨ ਪਕਾਇਆ ਜਾਂਦਾ ਹੈ ਚੁੱਲ੍ਹੇ ਦੇ ਉੱਤੇ, ਕੋਈ ਦਾਲ, ਕੋਈ ਸਬਜ਼ੀ, ਕੋਈ ਮਠਿਆਈ, ਕੋਈ ਇਹੋ ਜਿਹੀ ਚੀਜ਼, ਉਹ ਮਹਾਂਪੁਰਸ਼ ਨਹੀਂ ਛਕਿਆ ਕਰਦੇ ਕਿਸੇ ਦੇ ਹੱਥ ਦਾ। ਜਿਹੜਾ ਕੋਈ ਕੱਚਾ ਸਿੱਧਾ ਪਦਾਰਥ ਹੋਵੇ, ਕੋਈ ਫਲ ਫਰੂਟ ਹੋਵੇ, ਨੇਚਰਲੀ ਹੋਵੇ, ਸੇਬ, ਸੰਤਰਾ, ਕੇਲਾ, ਖਜੂਰ, ਅੰਬ, ਅਮਰੂਦ, ਇੱਦਾਂ ਦੀ ਚੀਜ਼ ਮਹਾਤਮਾ ਛਕ ਲੈਂਦੇ। ਜਾਂ ਫਿਰ ਡਰਾਈ ਫਰੂਟ ਹੋਵੇ, ਬਦਾਮ, ਕਾਜੂ, ਨੇਜੇ, ਪਿਸਤੇ, ਖੁਰਮਾਨੀਆਂ, ਉਹ ਛਕ ਲੈਂਦੇ, ਸੁੱਕੀ ਰਸਤ ਛਕ ਲੈਂਦੇ ਆ। ਪਰ ਜਿਹੜੀ ਪਕਾਈ ਹੁੰਦੀ ਹੈ ਚੁੱਲ੍ਹੇ ਉੱਤੇ, ਉਹਨੂੰ ਮਹਾਤਮਾ ਲੋਕ ਅੰਗੀਕਾਰ ਘੱਟ ਕਰਦੇ, ਨਹੀਂ ਕਰਦੇ। ਜਿਸ ਮਹਿ ਦੂਸ਼ਣ ਕੋ ਨਹ ਧਰਹ ਕੋਈ ਜਿਹਦੇ ਵਿੱਚ ਕੋਈ ਦੋਸ਼ ਨਾ ਲੱਗੇ ਮੇਰੇ ਉੱਤੇ ਵੀ ਗੁਰੂ ਸਾਹਿਬ ਜੀ ਕਹਿਣ ਵੀ ਅਸੀਂ ਨਹੀਂ ਛਕਣਾ ਭਾਈ, ਇਹ ਤੇਰੇ ਹੱਥ ਲੱਗੇ ਹੋਏ ਨੇ। ਐਸਾ ਉਹ ਪ੍ਰੇਤ ਸੋਚ ਰਿਹਾ, ਉਹਦੇ ਮਨ ਦੀ ਭਾਵਨਾ ਹੈ। ਬਾਕੀ ਅੰਨ ਅਨੇਕ ਪ੍ਰਕਾਰਾ ਸੋ ਉਹਨੇ ਸੋਚਿਆ ਵੀ ਬਾਜ਼ਾਰ ਵਿੱਚ ਅੰਨ ਤੇ ਬੜੇ ਪ੍ਰਕਾਰ ਦਾ, ਦਾਲਾਂ ਸਬਜ਼ੀਆਂ ਬਣੀਆਂ ਨੇ, ਢਾਬਿਆਂ ਦੇ ਉੱਤੇ ਰੋਟੀਆਂ ਬਣੀਆਂ ਨੇ, ਖੀਰਾਂ, ਕੜਾਹ, ਸਭ ਤਰ੍ਹਾਂ ਦੇ ਭੋਜਨ ਪੱਕੇ ਬਣੇ ਨੇ। ਮਮ ਕਰਤੇ ਨਹ ਕਰਹ ਆਹਾਰ ਪਰ ਗੁਰੂ ਸਾਹਿਬ ਮੇਰੇ ਹੱਥ ਦਾ ਛਕਣਗੇ ਨਹੀਂ। ਨਾ ਹਿਤ ਬਣੀ ਭਰੀ ਜੋ ਮਿਠਾਈ ਨਹੀਂ ਤਾਂ ਆ ਜਿਹੜੀ ਮਠਿਆਈ ਆ ਬੜੀ ਵਧੀਆ ਮੈਂ ਚੱਕ ਕੇ ਲੈ ਜਾਣੀ ਸੀ। ਗੁਰੂ ਸਾਹਿਬ ਨੂੰ ਰਸਗੁੱਲੇ, ਗੁਲਾਬ ਜਾਮਣਾ, ਲੱਡੂ, ਪੇੜੇ ਛਕਾਣੇ ਸੀ। ਵਿਦ ਭਾਂਤ ਹਾਟਨ ਹਲਵਾਈ ਹਲਵਾਈਆਂ ਦੀਆਂ ਦੁਕਾਨਾਂ ਤੇ ਬਰਫੀਆਂ ਬਣੀਆਂ ਨੇ, ਕਲਾਕੰਦ ਬਣੀ ਹੈ, ਬਹੁਤ ਬਹੁਤ ਸੋਹਣੇ ਗੁਲਾਬ ਜਾਮਣ ਬਣੇ ਨੇ, ਰਸਗੁੱਲੇ ਬਣੇ ਨੇ, ਗੁਲਾਬ ਜਲੇਬੀਆਂ ਬਣੀਆਂ ਨੇ, ਲੱਡੂ ਬਣੇ ਨੇ, ਇੰਨੇ ਵਧੀਆ ਵਧੀਆ ਭੋਜਨ ਬਾਜ਼ਾਰ ਵਿੱਚ ਪਏ ਨੇ। ਮੈਂ ਇਹ ਗੁਰੂ ਸਾਹਿਬ ਨੂੰ ਜਾ ਕੇ ਛਕਾ ਦੇਣੇ ਸੀ। ਲੈ ਪਹਚਾਵਤ ਅਚਹ ਸਖਾਰੇ ਸੌਖੇ ਛਕ ਲੈਂਦੇ ਜੇ ਮੈਂ ਮਹਾਰਾਜ ਨੂੰ ਲੈ ਕੇ ਜਾ ਕੇ ਛਕਾਂਦਾ ਤੇ ਨਿਜ ਪ੍ਰਸੰਨਤਾ ਮੋਹ ਪਰ ਧਾਰੇ ਤੇ ਮੇਰੇ ਤੇ ਆਪਣੀ ਖੁਸ਼ੀ ਕਰ ਦਿੰਦੇ ਮਹਾਰਾਜ, ਪ੍ਰਸੰਨਤਾ ਕਰ ਦਿੰਦੇ। ਅਪਰ ਵਸਤ ਕਿਆ ਲੇਵਾਂ ਐਸੇ ਕਿਹੜੀ ਚੀਜ਼ ਹੈ ਜਿਹੜੀ ਮੈਂ ਲੈ ਕੇ ਜਾਵਾਂ, ਸੋਚੀ ਜਾਂਦਾ। ਮਠਿਆਈਆਂ ਗੁਰੂ ਨੇ ਛਕਣੀਆਂ ਨਹੀਂ ਮੇਰੇ ਹੱਥ ਦੀਆਂ, ਰੋਟੀ ਦਾਲ ਸਬਜ਼ੀ ਬਣੀਆਂ ਵਧੀਆ ਵਧੀਆ ਖਾਣਾ ਉਹ ਵੀ ਗੁਰੂ ਨੇ ਨਹੀਂ ਖਾਣਾ। ਅਚਕਹ ਗੁਰੂ ਚਹਾ ਚਿਤ ਜੈਸੇ ਜਿਹੜੀ ਚੀਜ਼ ਗੁਰੂ ਸਾਹਿਬ ਛਕ ਲੈਣ ਉਹ ਸੋਚਦਾ ਮੈਂ ਲੈ ਚੱਲਾਂ। ਸਕਲ ਬਾਜ਼ਾਰ ਖੋਜਬੋ ਕਰਿਓ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਫਿਰਦਾ, ਸਾਰਾ ਬਾਜ਼ਾਰ ਖੋਜਿਆ, ਲੱਭਿਆ, ਸੋਚਿਆ ਪ੍ਰੇਤ ਨੇ। ਏਕ ਦੁਕਾਨ ਆਨ ਕੈ ਥਰਿਓ ਇੱਕ ਬਹੁਤ ਵੱਡੀ ਦੁਕਾਨ ਦੇ ਸਾਹਮਣੇ ਆ ਕੇ ਖਲੋ ਗਿਆ। ਮੇਵਾ ਹੋਤੋ ਬਲਾਇਤ ਕੇਰਾ ਉੱਥੇ ਬਾਹਰਲੇ ਮੁਲਕਾਂ ਦਾ ਮੇਵਾ ਸੀਗਾ, ਬਦਾਮ ਸਨ, ਕਾਜੂ ਸਨ, ਛੁਹਾਰੇ ਸਨ, ਗਰੀਆਂ ਖੋਪੇ ਸਨ, ਇਸੇ ਤਰ੍ਹਾਂ ਨੇਜੇ ਤੇ ਖੁਰਮਾਨੀਆਂ, ਬਹੁਤ ਕਿਸਮ ਦੇ ਸਾਧ ਸੰਗਤ ਜੀ ਜਿਹੜੇ ਸੁੱਕੇ ਪਦਾਰਥ ਹੁੰਦੇ ਆ ਜਿਹਨੂੰ ਆਪਾਂ ਡਰਾਈ ਫਰੂਟ ਕਹਿੰਦੇ ਆ, ਉਹ ਸੀ। ਭਾਂਤ ਭਾਂਤ ਮਾਧੁਰ ਫਲ ਹੀਰਾ ਭਾਂਤ ਭਾਂਤ ਦੇ ਫਲ ਫਰੂਟ ਵੀ ਸਨ ਮਿੱਠੇ। ਸੇਬ ਸੰਧੂਰੀ ਅਰ ਜ਼ਰਦਾਲੂ ਔਰ ਜਰਦਾਲੂ ਸਨ, ਸੇਬ ਸਨ ਬੜੇ ਸੋਹਣੇ, ਨਸ਼ਪਾਤੀ ਪਿਸਤਾ ਰਸ ਆਲੂ ਨਾਸਪਾਤੀਆਂ ਸਨ, ਪਿਸਤੇ ਸਨ, ਇਸ ਤਰ੍ਹਾਂ ਦੀਆਂ ਬੜੀਆਂ ਹੀ ਸੋਹਣੀਆਂ ਰਸਾਲੂ ਮਿੱਠੇ ਅੰਬ ਸਨ। ਸੰਗਤ ਰੇ ਦਾਰਮ ਸਬਦਾਨੇ ਔਰ ਅਨਾਰ ਦੇ ਦਾਣੇ ਅਨਾਰ ਸੀਗੇ ਤੇ ਇਦਾਂ ਹੀ ਸੰਗਤਰੇ, ਨਾਗਪੁਰੀ ਸੰਤਰੇ ਬਾਜ਼ਾਰ ਵਿੱਚ ਵਿਕ ਰਹੇ ਸਨ। ਨਾਨਾ ਭਾਂਤਨ ਕੇ ਰਸ ਸਾਨੇ ਨਾਨਾ ਪ੍ਰਕਾਰ ਦੇ ਫਲ ਤੇ ਡਰਾਈ ਫਰੂਟ ਸਨ। ਤਿਨਹੁ ਦੇਖ ਕੇ ਪ੍ਰੇਤ ਵਿਚਾਰਾ ਉਸ ਪ੍ਰੇਤ ਨੇ ਫਲ ਫਰੂਟ ਵੱਲ ਵੇਖਿਆ, ਡਰਾਈ ਫਰੂਟ ਦੀ ਦੁਕਾਨ ਤੇ ਵੇਖਿਆ। ਇਨ ਲੈ ਚਲਾ ਜੋ ਕਰਹ ਆਹਾਰਾ ਇਹ ਮੈਂ ਲੈ ਚੱਲਦਾ ਗੁਰੂ ਸਾਹਿਬ ਵਾਸਤੇ, ਇਹ ਸੰਤਰੇ, ਸੇਬ, ਇਹ ਫਲ ਫਰੂਟ ਮਹਾਰਾਜ ਨੂੰ ਛਕਾਵਾਂਗਾ ਤੇ ਨਾਲੇ ਆ ਜਿਹੜੇ ਡਰਾਈ ਫਰੂਟ ਹਨ ਇਹ ਗੁਰੂ ਸਾਹਿਬ ਨੂੰ ਛਕਾਵਾਂਗਾ। ਮੋਰ ਹੱਥ ਤੇ ਦੂਸ਼ਿਤ ਹੋਏ ਨਾ ਇਹ ਚੀਜ਼ਾਂ ਸੁੱਕੀਆਂ ਨੇ, ਇਹ ਮੇਰੇ ਹੱਥਾਂ ਨਾਲ ਦੂਸ਼ਿਤ ਨਹੀਂ ਹੋਣਗੀਆਂ।
ਮੇਰਾ ਹੱਥ ਲੱਗਿਆ। ਗੁਰੂ ਸਾਹਿਬ ਇਹਦਾ ਵਹਿਮ ਨਹੀਂ ਕਰਨਗੇ, ਇਹ ਨਹੀਂ ਕਹਿਣਗੇ ਵੀ ਇਹ ਤੇਰੇ ਹੱਥ ਲੱਗੇ ਨੇ ਅਸੀਂ ਨਹੀਂ ਖਾ ਸਕਦੇ। ਜਲ ਦੇ ਨਾਲ ਧੋ ਕੇ ਛਕ ਲੈਣਗੇ। ਇਸ ਤੇ ਬਿਨਾ ਅਪਰ ਬਿਦ ਕੋਏ ਨਾ, ਇਸ ਤੋਂ ਬਿਨਾ ਹੋਰ ਕੋਈ ਵਿਧੀ ਵਿਧਾਨ ਹੈ ਨਹੀਂ, ਹੋਰ ਕੁਛ ਮੈਂ ਲਿਜਾ ਨਹੀਂ ਸਕਦਾ। ਦਾਲਾਂ ਸਬਜ਼ੀਆਂ ਢਾਬਿਆਂ ਤੇ ਰੋਟੀ ਤੇ ਬਣੀ ਹੋਈ ਹੈ, ਪਰ ਉਹ ਮੈਂ ਗੁਰੂ ਸਾਹਿਬ ਨੂੰ ਲਿਜਾ ਕੇ ਦਿਆਂਗਾ, ਉਹਨਾਂ ਨੇ ਛਕਣੀ ਨਹੀਂ। ਤੇ ਜੇ ਮੈਂ ਗੁਰੂ ਸਾਹਿਬ ਜੀ ਨੂੰ ਕੋਈ ਮਠਿਆਈ ਰਸਗੁੱਲੇ ਵਗੈਰਾ ਲੈ ਕੇ ਜਾਵਾਂਗਾ, ਗੁਲਾਬ ਜਾਮਣਾ, ਜਲੇਬੀਆਂ, ਲੱਡੂ, ਉਹ ਵੀ ਸਤਿਗੁਰਾਂ ਨੇ ਨਹੀਂ ਛਕਣੇ। ਪਰ ਆ ਜਿਹੜਾ ਫਰੂਟ ਹੈ ਇਹ ਜ਼ਰੂਰ ਛਕ ਲੈਣਗੇ। ਉਚਿਤ ਆਹਾਰ ਪ੍ਰਮਾਨ ਉਚਾਵਾ, ਸੋ ਉਹਨੇ ਲੋੜ ਮੁਤਾਬਕ ਫਲ ਜਿਹੜੇ ਸਨ ਬਾਜ਼ਾਰ ਵਿੱਚੋਂ ਚੁੱਕ ਲਏ। ਨਾਨਾ ਬਿਦ ਕੋ ਜੋ ਮਨ ਭਾਵਾ, ਨਾਨਾ ਪ੍ਰਕਾਰ ਦੇ ਪਦਾਰਥ ਲੈ ਆਇਆ। ਪੁਨ ਪਾਉਨੇ ਕਹਿ ਲੈ ਕਰ ਹਾਥ, ਫਿਰ ਅੱਗੇ ਉਹਨੂੰ ਬਾਜ਼ਾਰ 'ਚ ਗੰਨੇ ਨਜ਼ਰ ਆ ਗਏ, ਪੋਨੇ। ਪਰ ਪੁਰਾਣੇ ਜ਼ਮਾਨੇ 'ਚ ਗੰਨੇ ਬੜੇ ਵਧੀਆ, ਆਪਣੇ ਪੰਜਾਬ 'ਚ ਹੁਣ ਵੀ ਕਿਤੇ ਕਿਤੇ ਉਹ ਬੀਜ ਹੁੰਦਾ ਕਿਸੇ ਕਿਸੇ ਦਾ। ਆਮ ਤੇ ਬਹੁਤ ਸਖਤ ਜੇ ਗੰਨੇ ਹੁੰਦੇ ਆ, ਗੁੜ ਕੱਢਣ ਵਾਸਤੇ ਘਲਾੜੀ 'ਚ ਹੀ ਬੜੀ ਮੁਸ਼ਕਿਲ ਨਾਲ ਉਹ ਪੀੜੇ ਜਾਂਦੇ। ਪਰ ਜਿਹੜੇ ਗੰਨੇ ਚੂਪਣ ਵਾਲੇ ਹੁੰਦੇ ਆ, ਪੋਨੇ, ਉਹਨਾਂ ਨੂੰ ਮੂੰਹ 'ਚ ਪਾ ਕੇ ਇੱਕ ਪਾਸੇ ਛਿੱਲੋ ਤੇ ਥੱਲੇ ਤੱਕ ਤੋੜ ਤੱਕ ਛਿੱਲੜ ਲੈ ਜਾਂਦਾ, ਤੇ ਜ਼ੋਰ ਨਹੀਂ ਲੱਗਦਾ ਉਹਨੂੰ ਚੱਬਣ ਵਿੱਚ, ਛਿੱਲਣ ਵਿੱਚ, ਚੂਸਣ ਵਿੱਚ। ਉਹ ਜਿਹੜੇ ਗੰਨੇ ਪੋਨੇ ਸਨ, ਆਵਤ ਭਇਓ ਬੇਗ ਬੜ ਸਾਥ, ਉਹ ਵੀ ਚੁੱਕ ਲਿਆਇਆ। ਤੇ ਭੂਤ ਸੀਗਾ, ਪ੍ਰੇਤਾਂ ਕੋਲ ਤੇ ਬੜੀ ਤਾਕਤ ਹੁੰਦੀ ਹੈ। ਉਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਭੂਤਾਂ ਦੀ ਜਥੇਦਾਰੀ ਭਾਈ ਬਹਿਲੋ ਨੂੰ ਦੇ ਦਿੱਤੀ ਸੀ, ਤੇ ਬਹਿਲੋ ਦੇ ਪੋਤਰੇ ਭਾਈ ਭਗਤੇ ਨੇ ਲਾਹੌਰ ਤੋਂ ਭੂਤਾਂ ਤੋਂ ਇੱਟਾਂ ਮੰਗਾ ਕੇ ਭਗਤੇ ਭਾਈ ਖੂਹ ਲਵਾ ਲਿਆ ਸੀ। ਅੱਜ ਵੀ ਉਹਨੂੰ ਭੂਤਾਂ ਦਾ ਖੂਹ ਕਹਿੰਦੇ। ਬਰਨਾਲੇ ਤੋਂ ਬਾਜੇਖਾਨੇ ਰੋਡ ਦੇ ਉੱਤੇ ਭਗਤਾ ਭਾਈ ਕਾ ਇੱਕ ਨਗਰ ਹੈ, ਉੱਥੇ ਸਾਧ ਸੰਗਤ ਜੀ ਤੁਸੀਂ ਜਾਓਗੇ, ਭੂਤਾਂ ਵਾਲਾ ਖੂਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਨਾਲ ਬਣਿਆ ਹੋਇਆ। ਤੇ ਉੱਥੇ ਉਹ ਰਾਤੋਂ ਰਾਤ ਇੱਟਾਂ ਢੋਤੀਆਂ ਸੀ 200-250 ਮੀਲ ਭੂਤਾਂ ਨੇ। ਇਹ ਤਾਂ ਬੜੇ ਸ਼ਕਤੀਸ਼ਾਲੀ ਹੁੰਦੇ ਆ। ਤੇ ਉਹ ਗੰਨੇ ਚੁੱਕ ਕੇ ਲਿਆਣੇ ਕੀ ਔਖੇ ਸੀ। ਉਹ ਗੰਨੇ ਤੇ ਇਦਾਂ ਦਾ ਸਮਾਨ ਚੁੱਕ ਕੇ ਗੁਰੂ ਸਾਹਿਬ ਦੇ ਕੋਲ ਹਵੇਲੀ 'ਚ ਆ ਗਿਆ। ਸ਼੍ਰੀ ਗੁਰ ਕੇ ਤਰ ਦੀਨ ਅਗਾਰੀ, ਤੇ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਭਇਓ ਦੀਨ ਬਹੁ ਬਿਨੈ ਉਚਾਰੀ, ਬੜੀ ਨਿਮਰਤਾ ਨਾਲ, ਦੀਨਤਾ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹੈ। ਅੰਗੀਕਾਰ ਕਰੋ ਇਹ ਮੇਵਾ, ਹੇ ਮਹਾਰਾਜ, ਹੇ ਸਤਿਗੁਰੂ ਜੀ, ਆਹ ਮੇਵੇ, ਇਹ ਫਲ ਫਰੂਟ ਤੇ ਆਹ ਗੰਨੇ ਆਪ ਜੀ ਅੰਗੀਕਾਰ ਕਰ ਲੋ, ਛਕ ਲੋ। ਬਨਾ ਕਰ ਤਾਰਥ ਮੈਂ ਕਰ ਸੇਵਾ, ਮੇਰੀ ਸੇਵਾ ਸਫਲੀ ਹੋ ਜਾਏਗੀ। ਮੈਂ ਆਪਣੇ ਧਨ ਭਾਗ ਸਮਝਾਂਗਾ ਵੀ ਮੇਰੇ ਘਰ ਗੁਰੂ ਸਾਹਿਬ ਆਏ, ਰਾਤ ਕੁਝ ਛਕਿਆ, ਭੁੱਖੇ ਨਹੀਂ ਰਹੇ। ਮਹਾਰਾਜ ਤੁਸੀਂ ਆਏ ਹੋ, ਮੇਰੇ ਘਰ ਆਏ ਹੋ। ਦੇਖੋ ਸਾਧ ਸੰਗਤ ਜੀ, ਇਹ ਭੂਤਾਂ ਨੂੰ ਵੀ ਸਮਝ ਆ ਵੀ ਘਰ ਆਏ ਨੂੰ ਜਲ ਪਾਣੀ ਛਕਾਈਦਾ। ਤੇ ਜਿਨ੍ਹਾਂ ਲੋਕਾਂ ਨੂੰ ਸਮਝ ਕੋਈ ਨਹੀਂ, ਉਹਨਾਂ ਲੋਕਾਂ ਨੂੰ ਕੀ ਆਖੀਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਗੱਲ ਦੀ ਬੰਦੇ ਨੂੰ ਸਮਝ ਹੋਣੀ ਚਾਹੀਦੀ, ਉਹ ਬੰਦੇ ਨੂੰ ਤੇ ਕੋਈ ਹੈ ਨਹੀਂ। ਤੇ ਭੂਤਾਂ ਨੂੰ ਅਕਲ ਹੈ ਵੀ ਘਰ ਆਇਆਂ ਨੂੰ ਪਹਿਲਾਂ ਜਲ ਪਾਣੀ ਪੁੱਛੀਦਾ, ਉਹਦੀ ਸੇਵਾ ਕਰੀਦੀ। ਉਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰੇ ਘਰ ਆਏ ਹੋ, ਕਿਰਪਾ ਕਰੋ, ਛਕੋ, ਕੁਛ ਅੰਗੀਕਾਰ ਕਰੋ। ਭਾਗ ਜਗੇ ਪੂਰਬ ਅਬ ਮੇਰੇ ਭਾਗ ਜਾਗੇ ਹੈ, ਮੇਰੀ ਕਿਸਮਤ ਖੁੱਲੀ, ਸਤਿਗੁਰੂ ਆਏ ਮੇਰੇ ਘਰ ਵਿੱਚ। ਇਹਾਂ ਇਕਾਕੀ ਤੁਮ ਕੋ ਹੈ, ਹੇ ਮਹਾਰਾਜ, ਇੱਥੇ ਆਪ ਜੀ ਨੂੰ ਵੇਖ ਕੇ ਕੱਲਿਆਂ ਮੈਂ ਸੇਵਾ ਵਿੱਚ ਹਾਜ਼ਰ ਹੋ ਗਿਆ ਹਾਂ। ਪੁਨ ਤੁਮ ਭਏ ਪੁਰਾਹੁਨ ਚਾਰੀ, ਫਿਰ ਤੁਸੀਂ ਮਹਾਰਾਜ ਮੇਰੇ ਘਰ ਪ੍ਰਾਹੁਣੇ ਹੋ, ਅਤਿਥੀ ਹੋ। ਉਹਦੀ ਇੱਕ ਤਾਂ ਤੁਸੀਂ ਪਰਮੇਸ਼ਰ ਹੋ, ਤੁਸੀਂ ਹੈ ਹੀ ਮਹਾਂਪੁਰਸ਼ ਹੋ, ਤੁਹਾਡੀ ਸੇਵਾ ਕਰਨਾ ਮੇਰਾ ਧਰਮ ਹੈ। ਦੂਜਾ ਤੁਸੀਂ ਮੇਰੇ ਘਰ ਆਏ ਹੋ, ਉਹ ਫਿਰ ਦੂਜਾ ਦੋਹਰਾ ਮੇਰੀ ਜ਼ਿੰਮੇਵਾਰੀ ਦੋਹਰੀ ਹੋ ਜਾਂਦੀ। ਇੱਕ ਤਾਂ ਗੁਰੂ ਦੀ ਸੇਵਾ, ਇੱਕ ਪ੍ਰਾਹੁਣੇ ਦੀ ਸੇਵਾ, ਘਰ ਆਏ ਹੋਏ ਮਹਿਮਾਨ ਦੀ, ਗੈਸਟ ਦੀ ਸੇਵਾ। ਤੁਸੀਂ ਮੇਰੇ ਘਰ ਆਏ ਹੋ ਸੱਚੇ ਪਾਤਸ਼ਾਹ, ਤੇ ਮੈਂ ਤੁਹਾਡੀ ਸੇਵਾ ਜ਼ਰੂਰ ਕਰਨੀ ਹੈ। ਬਸਤਵ ਤੋ ਮੈਂ ਇਹਾਂ ਅਗਾਰੀ, ਮੈਂ ਇੱਥੇ ਪਹਿਲਾਂ ਰਹਿਣਾ। ਐਸਾ ਵਿਦਵਾਨਾਂ ਨੇ ਲਿਖਿਆ, ਮਹਾਂਪੁਰਸ਼ਾਂ ਨੇ, ਸਾਧੂਆਂ ਸੰਤਾਂ ਰਿਸ਼ੀਆਂ ਮੁਨੀਆਂ ਨੇ ਲਿਖਿਆ ਹੋਇਆ ਗ੍ਰੰਥਾਂ ਵਿੱਚ ਵੀ ਇੱਕ ਬੰਦਾ ਪਹਿਲਾਂ ਬੈਠਾ ਕਿਸੇ ਜਗ੍ਹਾ ਤੇ, ਭਾਵੇਂ ਉਹ ਅੱਧਾ ਘੰਟਾ ਪਹਿਲਾਂ ਹੀ ਆ ਕੇ ਬੈਠਾ ਹੋਵੇ, ਤੇ ਅੱਧੇ ਘੰਟੇ ਬਾਅਦ ਉੱਥੇ ਦੂਜਾ ਬੰਦਾ ਕੋਈ ਆ ਜਾਵੇ। ਜਿਹੜਾ ਪਹਿਲਾਂ ਬੈਠਾ ਹੋਇਆ ਨਾ, ਉਹਦੀ ਡਿਊਟੀ ਹੈ ਬਾਅਦ ਵਿੱਚ ਆਉਣ ਵਾਲੇ ਨੂੰ ਜਲ ਪਾਣੀ ਛਕਾਉਣਾ, ਉਹਨੂੰ ਪੁੱਛਣਾ
ਤੋ ਮਹਾਰਾਜ ਮੈਂ ਇੱਥੇ ਬਹੁਤ ਚਿਰਾਂ ਤੋਂ ਰਹਿ ਰਿਹਾ, ਪਹਿਲਾਂ ਮੈਂ ਇੱਥੇ ਰਹਿੰਦਾ ਹਾਂ। ਆਵਨ ਆਜ ਆਪ ਕੋ ਭਇਓ। ਮਹਾਰਾਜ ਆਪ ਜੀ ਦਾ ਆਉਣਾ ਹੋਇਆ ਅੱਜ ਮੇਰੇ ਨਗਰ ਵਿੱਚ। ਮੈਂ ਬੜ ਭਾਗ ਜਾਣ ਨਿਜ ਲਾਇਆ। ਮੈਂ ਆਪਣੇ ਵੱਡੇ ਭਾਗ ਜਾਣਦਾ ਹਾਂ ਵੀ ਮੇਰੇ ਘਰ ਪਰਮੇਸ਼ਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਧਾਰੇ ਹਨ। ਇਮ ਬੇਨਤੀ ਸੁਨ ਕਹਿਤ ਸਕੇਰੀ। ਇਸ ਤਰ੍ਹਾਂ ਉਹਦੀ ਬੇਨਤੀ ਸੁਣ ਕੇ ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਹੇਰੀ। ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਪ੍ਰੇਤ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ। ਦੀਨ ਜਾਨ ਅੰਗੀਕ੍ਰਿਤ ਕੀਨਸ। ਉਹਦੀ ਨਿਮਰਤਾ, ਉਹਦਾ ਪਿਆਰ, ਉਹਦੀਆਂ ਅਰਦਾਸਾਂ ਸੁਣ ਕੇ, ਉਹਦੇ ਮਨ ਦੀ ਸ਼ਰਧਾ ਵੇਖ ਕੇ ਗੁਰੂ ਸਾਹਿਬ ਨੇ ਉਹਦੇ ਗੰਨੇ ਅੰਗੀਕਾਰ ਕਰ ਲਏ। ਮੇਵਾ ਅਟਨ ਹੇਤ ਕਰ ਲੀਨਸ। ਕੁਛ ਮੇਵੇ, ਕੁਛ ਬਦਾਮ ਦੀਆਂ ਗਿਰੀਆਂ, ਕੁਛ ਕਾਜੂ, ਕੁਛ ਖਰੋਟ, ਏਦਾਂ ਦੀਆਂ ਚੀਜ਼ਾਂ ਦੋ ਚਾਰ ਮਹਾਰਾਜ ਨੇ ਛਕ ਲਈਆਂ। ਰਚਿਓ ਜਤਕ ਸੋ ਕੀਨ ਆਹਾਰਾ। ਜਿੰਨਾ ਕੁ ਜੀ ਕੀਤਾ ਗੁਰੂ ਸਾਹਿਬ ਜੀ ਨੇ ਉਹਨਾਂ ਕੁ ਛਕ ਲਿਆ। ਪਰਿਓ ਰਹਿਓ ਜੋ ਤਹਾਂ ਬਿਥਾਰਾ। ਬਾਕੀ ਉੱਥੇ ਪਿਆਰਿਆ ਮਹਾਰਾਜ ਕੋ ਛਕਣ ਦੇ ਭੁੱਖੇ ਥੋੜਾ ਸਨ। ਉਹ ਤਾਂ ਮਹਾਂਪੁਰਸ਼ਾਂ ਦਾ ਤਾਂ ਵਾਸ਼ਨਾ ਹੀ ਭੋਗ ਹੁੰਦਾ, ਉਹਦੇ ਵਾਸ਼ਨਾ ਨਾਲ ਹੀ ਭੋਗ ਲਾ ਲੈਂਦੇ ਆ। ਗੁਰੂ ਸਾਹਿਬ ਕਿਸੇ ਚੀਜ਼ ਦੇ ਭੁੱਖੇ ਨਹੀਂ, ਪ੍ਰੇਮ ਦੇ ਭੁੱਖੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਨਾਲ ਉਹ ਲਿਆਇਆ ਸੀ, ਮਹਾਰਾਜ ਨੇ ਛਕ ਲਿਆ। ਪੁਨ ਪੌਨੇ ਕੋ ਚੂਪਨ ਲਾਗੇ। ਫਿਰ ਸਤਿਗੁਰੂ ਜੀ ਉਹਦਾ ਗੰਨਾ ਚੂਪਣ ਲੱਗ ਪਏ। ਛੀਲਕ ਡਾਰਤ ਹੈ ਕੁਛ ਆਗੇ। ਤੇ ਗੰਨਾ ਚੂਪਦੇ ਆ ਤੇ ਉਹਦਾ ਛਿੱਲੜ ਹੈ ਜਿਹੜਾ ਉਹ ਸਾਹਮਣੇ ਸੁੱਟੀ ਜਾਂਦੇ ਸਤਿਗੁਰੂ ਜੀ। ਵਹਰ ਹਵੇਲੀ ਤੇ ਕੁਛ ਡਾਰਾ ਹੈ। ਤੇ ਕੁਛ ਹਵੇਲੀ ਤੋਂ ਬਾਹਰ ਜਿੱਥੇ ਸਿੱਖ ਬੈਠੇ ਸੀ ਭਾਈ ਮਤੀ ਦਾਸ ਵਰਗੇ, ਉਧਰ ਸੁੱਟਦੇ ਹਨ ਤੇ ਕੁਛ ਕੋਲ ਹੀ ਸਿੱਟ ਦਿੰਦੇ ਹਨ। ਸਮੁਖ ਪ੍ਰੇਤ ਗੁਰ ਦਰਸ਼ਨ ਹਾਰ ਹੈ। ਇਹ ਮਹਾਰਾਜ ਦੇ ਚੋਜ ਹਨ ਵੀ ਕਿਉਂ ਐਸਾ ਕਰ ਰਹੇ ਨੇ। ਛਿੱਲੜ ਕੁਛ ਅੰਦਰ ਸੁੱਟਦੇ ਸੀ, ਕੁਛ ਬਾਹਰ ਹਵੇਲੀ ਦੇ ਸੁੱਟਦੇ ਸੀ। ਤੇ ਪ੍ਰੇਤ ਮਹਾਰਾਜ ਦੇ ਸਾਹਮਣੇ ਬੈਠਾ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਿਹਾ ਸੀ। ਅਦਿਕ ਪ੍ਰਸੰਨ ਹੋਤ ਮਨ ਮਾਹੂ। ਉਹ ਖੁਸ਼ ਹੋ ਰਿਹਾ ਸੀ ਵੀ ਅੱਜ ਮੇਰੇ ਘਰ ਪ੍ਰਮਾਤਮਾ ਆ ਗਏ ਨੇ। ਮੇਰੇ ਘਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ, 9ਵਾਂ ਜਾਮਾ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਗਏ ਨੇ। ਉਹ ਬਹੁਤ ਪ੍ਰਸੰਨ, ਬੜਾ ਹੀ ਖੁਸ਼ ਸੀ। ਚਿਤਵਤ ਹਿਰਦੈ ਦੋਖ ਅਬਦਾਹੂ। ਕਹਿੰਦਾ ਵੀ ਮੇਰੇ ਹੁਣ ਪਾਪ ਕੱਟੇ ਗਏ, ਮੇਰੇ ਦੋਸ਼ ਮਿਟ ਗਏ, ਮੇਰੇ ਗੁਨਾਹ, ਮੇਰਾ ਹਰ ਚੀਜ਼ ਦਾ ਸਾਧ ਸੰਗਤ ਜੀ ਅੰਤ ਹੈ। ਪਾਪ ਦਾ ਵੀ ਅੰਤ ਹੈ ਤੇ ਪੁੰਨ ਦਾ ਵੀ ਅੰਤ ਹੈ। ਪਾਪ ਉਦੋਂ ਮਿਟਦੇ ਨੇ ਜਦੋਂ ਮਹਾਂਪੁਰਸ਼ਾਂ, ਸੰਤਾਂ, ਗੁਰੂਆਂ ਦੇ ਦਰਸ਼ਨ ਹੁੰਦੇ ਨੇ। ਤੇ ਪੁੰਨ ਬੰਦਾ ਭੋਗ ਭੋਗ ਕੇ ਆਪਣੇ ਪੁੰਨਾਂ ਦਾ ਫਲ ਤੇ ਫਿਰ ਖਾਲੀ ਹੋ ਜਾਂਦਾ। ਇਹ ਪਾਪ ਪੁੰਨ ਸਭ ਖਤਮ ਹੋਣ ਵਾਲੀਆਂ ਚੀਜ਼ਾਂ ਨੇ। ਤਾਂ ਮੇਰੇ ਹੁਣ ਪਾਪ ਮਿਟ ਗਏ ਨੇ ਜੋ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਨੇ। ਸ੍ਰੀ ਗੁਰੂ ਤੇਗ ਬਹਾਦਰ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੋਲੇ ਕਿਰਪਾ ਦ੍ਰਿਸ਼ਟ ਕੋ ਹੇਰ। ਉਸ ਪ੍ਰੇਤ ਦੀ ਅੰਦਰਲੀ ਭਾਵਨਾ ਸਮਝ ਗਏ ਵੀ ਕੀ ਚਾਹੁੰਦਾ। ਇਹ ਮੁਕਤੀ ਚਾਹੁੰਦਾ, ਇਹ ਚਾਹੁੰਦਾ ਵੀ ਮੇਰਾ ਹੁਣ ਪ੍ਰੇਤ ਜੂਨ ਚੋਂ ਉਧਾਰ ਹੋ ਜਾਵੇ, ਤਾਂ ਹੀ ਸਾਡੀ ਸੇਵਾ ਕਰ ਰਿਹਾ। ਮਹਾਰਾਜ ਉਹਨੂੰ ਕਹਿਣ ਲੱਗੇ ਕੋਕ ਕਰਮ ਤੈ ਤਬ ਹੈ ਕਮਾਵਾ। ਕਹਿੰਦੇ ਭਾਈ ਇਹ ਦੱਸ ਵੀ ਉਦੋਂ ਜਦੋਂ ਤੈਨੂੰ ਪ੍ਰੇਤ ਦੀ ਜੂਨ ਮਿਲੀ ਸੀ, ਤੂੰ ਭੈੜੀ ਜੂਨ 'ਚ ਪਿਆ ਸੀ, ਪ੍ਰੇਤ ਆਤਮਾ ਬਣਿਆ ਸੀ, ਉਦੋਂ ਕਿਹੜਾ ਪਾਪ ਕੀਤਾ ਸੀ, ਕਿਹੜਾ ਕੁਕਰਮ ਕੀਤਾ ਸੀ ਤੂੰ, ਜਿਸ ਤੇ ਪ੍ਰੇਤ ਜੂਨ ਤਨ ਪਾਵਾ। ਜਿਸ ਕਰਕੇ ਤੈਨੂੰ ਪ੍ਰੇਤ ਦੀ ਜੂਨੀ ਮਿਲੀ ਹੈ। ਇਹ ਸਰੀਰ ਤੇਰਾ ਜਿਹੜਾ ਬੜਾ ਭਿਆਨਕ ਹੈ, ਡਰਾਉਣਾ ਹੈ, ਬਹੁਤ ਦੁਖਦਾਈ ਜੂਨੀ ਹੈ ਪ੍ਰੇਤ ਦੀ। ਤੋ ਇਹ ਤੈਨੂੰ ਇੰਨੀ ਭਿਆਨਕ ਜੂਨੀ ਮਿਲੀ ਹੈ, ਪਾਣੀ ਤੂੰ ਪੀ ਨਹੀਂ ਸਕਦਾ, ਪਿਆਸ ਦੇ ਨਾਲ ਹੀ ਮਰਦਾ ਰਹਿਣਾ ਹੈ ਅੰਦਰ। ਤੇ ਸੂਈ ਦੇ ਮੂੰਹ ਜਿੰਨਾ ਸੂਈ ਦਾ ਨੱਕਾ ਹੁੰਦਾ ਐਡਾ ਕੁ ਮੂੰਹ ਹੁੰਦਾ ਹੈ। ਕਹਿੰਦੇ ਭੁੱਖ ਬਹੁਤ ਲੱਗਦੀ ਹੈ ਪਰ ਖਾਣ ਵਾਸਤੇ ਬਹੁਤ ਥੋੜਾ ਮਿਲਦਾ ਹੈ। ਐਸੀਆਂ ਪ੍ਰੇਤਾਂ ਦੀ ਵੀ ਬਹੁਤ ਕਿਸਮ ਦੀਆਂ ਜੂਨਾਂ, ਇੱਕ ਤਰ੍ਹਾਂ ਦੇ ਨਹੀਂ ਹਨ। ਕਈ ਕੋਟ ਭੂਤ ਪ੍ਰੇਤ ਸੂਕਰ ਬਿਰਗਾਚ। ਮਹਾਰਾਜ ਪੁੱਛਦੇ ਆ ਵੀ ਤੈਨੂੰ ਇਹ ਜੂਨੀ ਕਿਵੇਂ ਮਿਲੀ ਇਤਨੀ ਭਿਆਨਕ। ਸੁਨਕਰ ਹਾਥ ਬੰਦ ਤਬ ਕਹਿਓ। ਤਾਂ ਉਹ ਹੱਥ ਜੋੜ ਕੇ ਕਹਿਣ ਲੱਗਾ ਇਸ ਕੋ ਕਰਮ ਤੇ ਅਸ ਤਨ ਲਹਿਓ। ਮਹਾਰਾਜ ਮੈਂ ਦੱਸਦਾ, ਮੈਂ ਇੱਕ ਪਾਪ ਕੀਤਾ, ਕੁਕਰਮ ਕੀਤਾ, ਉਹਦੇ ਕਰਕੇ ਮੈਨੂੰ ਆਹ ਭੈੜੀ ਜੂਨੀ ਮਿਲੀ ਹੈ। ਪਰਿਓ ਸ਼ਰੀਕਨ ਮਹਿ ਬੜ ਝਗੜਾ। ਮਹਾਰਾਜ ਇਹ ਜਿਹੜੀ ਹਵੇਲੀ ਹੈ ਨਾ, ਇਹ ਘਰ ਜਿਹੜਾ ਬਣਿਆ, ਇਹਦਾ ਝਗੜਾ ਸੀਗਾ ਸ਼ਰੀਕਿਆਂ ਨੂੰ। ਚਾਚੇ ਤਾਇਆਂ ਦੇ ਪੁੱਤਾਂ ਨਾਲ, ਭਾਈਆਂ ਨਾਲ ਮੇਰੀ ਲੜਾਈ ਸੀ। ਉਹ ਕਹਿੰਦੇ ਸੀ ਸਾਡਾ ਘਰ ਹੈ, ਮੈਂ ਕਹਿੰਦਾ ਸੀ ਮੇਰਾ ਹੈ। ਬਿਰਸਾ ਮੋਰ ਹਟਾਵਤ ਸਗਰਾ।
ਤੇਰਾ। ਉਹ ਸ਼ਰੀਕ ਮੇਰਾ ਸਾਰਾ ਹਿੱਸਾ ਕੱਟਦੇ ਸੀ, ਜਿਹੜਾ ਮੇਰੀ ਵਿਰਾਸਤ ਸੀ, ਮੈਨੂੰ ਪਿਓ ਤੋਂ ਮਿਲਦੀ ਸੀ, ਉਹ ਜਿਹੜੀ ਮੇਰੀ ਪ੍ਰਾਪਰਟੀ ਸੀ ਉਹ ਵੀ ਕਬਜ਼ਾ ਕਰਨਾ ਚਾਹੁੰਦੇ ਸੀ। ਤਬ ਮੈਂ ਕਰਕੇ ਕੂਰੋ ਧਰਮ। ਫਿਰ ਮੈਂ ਕਚਹਿਰੀ 'ਚ ਕੇਸ ਲੜਿਆ, ਤੇ ਕੇਸ ਲੜਨ ਦੇ ਲਈ ਮੈਨੂੰ ਝੂਠੀ ਸਹੁੰ ਪਾਣੀ ਪਈ। ਜਿੱਥੇ ਸਾਧ ਸੰਗਤ ਦੀ ਝੂਠੀ ਸਹੁੰ ਆਉਂਦੀ ਉੱਥੇ ਪ੍ਰੇਤ ਜੂਨੀ ਮਿਲਦੀ ਹੈ, ਪ੍ਰੇਤਾਂ ਦਾ ਉੱਥੇ ਵਾਸਾ ਹੁੰਦਾ। ਗੋਂਦਵਾਲ ਸਾਹਿਬ ਵੀ ਇਹੀ ਚਰੌਲਾ ਸੀ। ਖੱਤਰੀ ਗੋਂਦਾ ਜਿਹੜਾ ਸੀ ਉਹਨੇ ਝੂਠੀ ਸਹੁੰ ਪਾਈ ਸੀ ਤੇ ਉਹਦੇ ਨਗਰ ਵਿੱਚ ਭੂਤ ਵੱਸ ਗਏ ਸਨ। ਫਿਰ ਗੁਰੂ ਅੰਗਦ ਦੇਵ ਜੀ ਕੋਲ ਗਿਆ ਸੀ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਨੂੰ ਭੇਜਿਆ ਸੀ, ਜਾਓ ਇਹਦੀ ਨਗਰੀ 'ਚੋਂ ਭੂਤਾਂ ਨੂੰ ਭਜਾਓ। ਫਿਰ ਉਹ ਨਗਰ ਗੋਇੰਦਵਾਲ ਸਾਹਿਬ ਵਸਿਆ ਸੀ। ਇਸ ਤਰ੍ਹਾਂ ਜਿੱਥੇ ਝੂਠੀ ਸਹੁੰ ਹੈ, ਸਹੁੰ ਦਾ ਪਾਣੀ ਨਹੀਂ ਚਾਹੀਦੀ, ਪਰ ਆਪਾਂ ਪਾ ਦਿੰਦੇ ਹਾਂ ਅਣਜਾਣੇ ਵਿੱਚ, ਵੀ ਕੋਈ ਨਹੀਂ ਪਤਾ ਲੱਗਦਾ ਕਿਸੇ ਨੂੰ ਕੀ ਹੋ ਚੱਲਿਆ। ਤੇ ਝੂਠੀ ਸਹੁੰ ਮੈਂ ਪਾਈ ਸੀ, ਸਭ ਕੇ ਮਨ ਉਪਜਾਇਓ ਭਰਮ। ਤੇ ਮੈਂ ਸਾਰਿਆਂ ਦੇ ਮਨ 'ਚ ਭਰਮ ਪਾ ਦਿੱਤਾ। ਝਗੜਾ ਲਿਓ ਜੀਤ ਮੈਂ ਸਾਰੋ। ਪਰ ਕੇਸ ਮੈਂ ਜਿੱਤ ਗਿਆ, ਮੁਕੱਦਮਾ ਮੈਂ ਜਿੱਤ ਲਿਆ ਸਾਰਾ ਹੀ। ਲੱਗੈ ਪਾਪ ਨ ਹਿਰਦੈ ਵਿਚਾਰੋ। ਪਰ ਇਹ ਉਸ ਵੇਲੇ ਵਿਚਾਰ ਨਹੀਂ ਕੀਤੀ ਵੀ ਮੈਂ ਜੋ ਝੂਠੀ ਸਹੁੰ ਪਾ ਰਿਹਾ ਪਾਪ ਲੱਗੇਗਾ, ਬਹੁਤ ਬੁਰਾ ਕੰਮ ਹੈ, ਇਹਦਾ ਮੇਰਾ ਨੁਕਸਾਨ ਬਹੁਤ ਹੋਵੇਗਾ ਅੱਗੇ ਚੱਲ ਕੇ, ਇਹ ਮੈਂ ਨਹੀਂ ਸੋਚਿਆ। ਤਸੀ ਦੋਸ਼ ਤੇ ਅਸ ਨ ਭਇਓ। ਉਸ ਝੂਠੀ ਸਹੁੰ ਖਾਣ ਕਰਕੇ ਸਤਿਗੁਰੂ ਜੀ ਮੈਂ ਇਸ ਪ੍ਰੇਤ ਜੂਨ ਵਿੱਚ ਪੈ ਗਿਆ। ਜਿਸ ਜੂਨੀ ਮੈਂ ਬਹੁਤ ਦੁੱਖ ਥਇਓ। ਇਹ ਜੂਨੀ 'ਚ ਦੁੱਖ ਬੜੇ ਨੇ ਮਹਾਰਾਜ, ਕੀ ਦੱਸਾਂ, ਜੋ ਮੈਂ ਤਕਲੀਫਾਂ ਝੱਲਦਾ ਹਾਂ ਮੈਨੂੰ ਹੀ ਪਤਾ ਹੈ। ਆਪ ਕਰਹੁ ਕਰੁਣਾ ਜੇ ਮੋਹੇ। ਹੁਣ ਤੁਸੀਂ ਜੇ ਮੇਰੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ, ਕਿਰਪਾ ਕਰੋ, ਦੇਹ ਛਡਾਏ ਮਹਾ ਸੁਖ ਹੋਏ। ਤਾਂ ਮੇਰੇ ਕੋਲੋਂ ਮਾੜੇ ਕਰਮ ਜਿਹੜੇ ਛੁਡਾ ਦਿਓ। ਇਹ ਮੰਦ ਕਰਮ ਜਿਹੜੇ ਹਨ, ਇਹ ਮੇਰੇ ਕਰਮ ਮੈਂ ਜੋ ਕੀਤੇ ਹਨ, ਉਹ ਕਰਮਾਂ ਦਾ ਹੁਣ ਮੇਰਾ ਲੇਖਾ ਨਿਬੇੜ ਦਿਓ ਤੇ ਮੈਨੂੰ ਮਹਾਰਾਜ ਬਖਸ਼ ਦਿਓ। ਹੁਣ ਬਹੁਤ ਭੋਗ ਲਈ ਸਜ਼ਾ, ਲੰਮਾ ਸਮਾਂ ਮੈਂ ਇਸ ਪ੍ਰੇਤ ਆਤਮਾ, ਪ੍ਰੇਤਾਂ ਦੀ ਜੂਨ ਹਜ਼ਾਰ ਸਾਲ ਵੀ ਰਹਿੰਦੀ ਹੈ। ਇਹ ਜੂਨ ਛੇਤੀ ਖਹਿੜਾ ਨਹੀਂ ਛੁੱਟਦਾ। ਜਿਵੇਂ ਬੰਦਾ ਤਾਂ ਚਲੋ 70-80 ਸਾਲ ਦਾ ਹੋ ਕੇ ਮਰ ਜਾਂਦਾ, ਪਸ਼ੂ ਪੰਛੀ ਬਾਕੀ ਵੀ, ਜਿਹੜੀ ਪ੍ਰੇਤ ਆਤਮਾ ਇਹਦਾ ਕੋਈ ਪਤਾ ਨਹੀਂ ਕਦੋਂ ਖਹਿੜਾ ਛੁੱਟੇ। ਸੋ ਮੈਂ ਪ੍ਰੇਤ ਜੂਨੀ 'ਚ ਬੜੀਆਂ ਸਦੀਆਂ ਦਾ ਪਿਆ ਹੋਇਆ। ਇਸ ਹਵੇਲੀ 'ਚ ਜਿੰਨੇ ਵੀ ਲੋਕ ਆਏ ਮੈਂ ਉਹ ਸਾਰੇ ਮਾਰ ਦਿੱਤੇ, ਉਹ ਵੀ ਪ੍ਰੇਤ ਬਣਾਤੇ ਮੈਂ ਤਾਂ। ਸੋ ਮੇਰਾ ਉਧਾਰ ਕਰੋ ਗੁਰੂ ਜੀ। ਸੁਨ ਸ੍ਰੀ ਮੁਖ ਤੇ ਬਾਕ ਬਖਾਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਪ੍ਰੇਤ ਦੀ ਗੱਲ ਸੁਣ ਕੇ ਬੋਲੇ, ਪਰੇ ਚਪਾਕ ਚੂਪ ਹਿਤ ਖਾਨੇ। ਮਹਾਰਾਜ ਕਹਿੰਦੇ ਚੰਗਾ, ਫਿਰ ਅਸੀਂ ਜਿਹੜੇ ਹੁਣ ਗੰਨੇ ਦੇ ਛਿੱਲੜ ਚੂਪ ਕੇ ਸਿੱਟ ਰਹੇ ਆ ਨਾ, ਇਹ ਚੂਪ ਲੈ। ਆਖੋ ਸ੍ਰੀ ਵਾਹਿਗੁਰੂ। ਆਪਣਾ ਸੀਤ ਪ੍ਰਸ਼ਾਦ ਦਇਆ ਦੇ ਘਰ ਵਿੱਚ ਆ ਕੇ ਦੇਣ ਲੱਗੇ ਨੇ। ਕਹਿੰਦੇ ਆ ਜਿਹੜੇ ਚੁਪਾਕ, ਜਦੋਂ ਆਪਾਂ ਗੰਨਾ ਚੂਪ ਕੇ ਤੇ ਉਹਨੂੰ ਬਾਕੀ ਛਿੱਲੜ ਸੁੱਟ ਦਿੰਦੇ ਆ ਨਾ, ਉਹਨੂੰ ਚੁਪਾਕ ਕਹਿੰਦੇ। ਮਹਾਰਾਜ ਕਹਿੰਦੇ ਜਿਹੜੇ ਚੁਪਾਕ ਚੂਪੇ ਹੋਏ ਗੰਨੇ ਦੇ ਛਿੱਲੜ ਹਨ, ਚੂਪ ਲੈ। ਸੇਵ ਕਰੀ ਤਾਂ ਕੋ ਫਲ ਲੀਜੈ। ਤੂੰ ਸਾਡੀ ਸੇਵਾ ਕੀਤੀ ਆ, ਇਸ ਕਰਕੇ ਉਹਦਾ ਫਲ ਲੈ ਲੈ ਹੁਣ। ਘੋਰ ਜੂਨ ਤੇ ਛਟਬੋ ਕੀਜੈ। ਇਹ ਭਿਆਨਕ ਜਿਹੜੀ ਜੂਨੀ ਹੈ, ਇਹਦੇ ਤੋਂ ਤੇਰਾ ਖਹਿੜਾ ਛੁਡਾ ਦਿੰਨੇ ਆ। ਸੁਨਤ ਚੁਪਾਕ ਚੂਪ ਤਿਨ ਲੀਨੇ। ਸੋ ਸੁਣ ਕੇ ਉਸ ਪ੍ਰੇਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਤ ਪ੍ਰਸ਼ਾਦ ਵਜੋਂ ਜਿਹੜੇ ਚੁਪਾਕ ਪਏ ਸਨ ਚੁੱਕ ਕੇ ਮੂੰਹ 'ਚ ਪਾ ਲਏ। ਨਾਨਾ ਵਿਦਨ ਸਵਾਦ ਰਸ ਕੀਨੇ। ਜਦੋਂ ਚੁਪਾਕ ਮੂੰਹ 'ਚ ਪਾਏ ਤੇ ਨਾਨਾ ਪ੍ਰਕਾਰ ਦਾ ਰਸ ਆ ਗਿਆ, ਸਾਰੇ ਹੀ ਰਸ ਪ੍ਰਾਪਤ ਹੋ ਗਏ। ਜਿਹੜਾ ਪਾਣੀ ਤੋਂ ਡਰਦਾ ਸੀ, ਪਾਣੀ ਪੀ ਨਹੀਂ ਸੀ ਸਕਦਾ, ਗੁਰੂ ਸਾਹਿਬ ਦਾ ਅੰਮ੍ਰਿਤ ਪ੍ਰਸਾਦ ਉਹਦੇ ਮੁਖ ਵਿੱਚ ਪੈ ਗਿਆ। ਤਤ ਛਿਨ ਤਜ ਕੈ ਸਕਲ ਵਿਖਾਦ। ਉਸੇ ਵੇਲੇ ਹੀ ਸਾਰੇ ਵਿਖਾਦ, ਸਾਰੇ ਕਲੇਸ਼ ਮਿਟ ਗਏ। ਖੁੱਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ ਪੂਰੇ ਸਤਿਗੁਰਾਂ ਦੀ ਕਿਰਪਾ ਹੋ ਗਈ। ਉੱਤਮ ਗਤ ਪ੍ਰਾਪਤ ਅਹਲਾਦ। ਉਸੇ ਵੇਲੇ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ, ਉੱਤਮ ਗਤੀ ਮਿਲ ਗਈ ਉਸ ਨੂੰ, ਬੜੀਆਂ ਖੁਸ਼ੀਆਂ ਮਿਲ ਗਈਆਂ ਉਸ ਨੂੰ। ਬਾਹਰ ਸਤਿਗੁਰੂ ਸੁਖ ਕੋ ਪਾਏ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੈਨ ਕਰੀ ਜਗ ਨੈਣ ਮਿਲਾਏ। ਉਸ ਪ੍ਰੇਤ ਦਾ ਉਧਾਰ ਕਰ ਦਿੱਤਾ, ਉਹਦੀ ਆਤਮਾ ਨੂੰ ਪਰਮਾਤਮਾ 'ਚ ਮਿਲਾ ਦਿੱਤਾ ਤੇ ਆਪ ਸਤਿਗੁਰੂ ਜੀ ਸੁਖ ਨਾਲ ਹਵੇਲੀ 'ਚ ਰਾਤ ਨੂੰ ਸੁੱਤੇ ਹਨ। ਹਿੰਦੂਆਂ ਦਾ ਧਰਮ ਰਾਖਵੇ ਕਾਰਨ। ਹਿੰਦੂਆਂ ਦਾ ਧਰਮ ਬਚਾਉਣ ਵਾਸਤੇ, ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਭਏ ਪ੍ਰਬ੍ਰਿਤ ਕਰਨ ਕ੍ਰਿਤ ਧਾਰਨ। ਬੜਾ ਵੱਡਾ ਤਗੜਾ ਮੋਰਚਾ ਸੰਭਾਲ ਲਿਆ ਹੈ। ਬੜਾ ਭਿਆਨਕ ਕੰਮ ਹੈ ਆਪਣਾ ਸੀਸ ਦੇ ਦੇਣਾ, ਆਪਣੀ ਜਾਨ ਤੇ ਖੇਡ ਜਾਣਾ ਕੋਈ ਸੌਖਾ ਕੰਮ ਨਹੀਂ ਹੈ।
ਹਰ ਬੰਦਾ ਮੌਤ ਤੋਂ ਡਰਦਾ ਹੈ। ਉਸ ਮੌਤ ਨੂੰ ਗਲਵੱਕੜੀ ਪਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਹੁੰਚ ਗਏ ਹਨ ਆਪਣੋ ਨਾਮ ਸਾਚ ਦਿਖਰਾਵਨ ਤੇ ਆਪਣਾ ਨਾਂ ਸੱਚਾ ਕਰਨ ਵਾਸਤੇ। ਤੇਗ ਬਹਾਦਰ, ਤੇਗ ਚਲਾਣ ਵਿੱਚ ਵੀ ਬਹਾਦਰ ਤੇ ਤੇਗ ਸਹਾਰਨ ਵਿੱਚ ਵੀ ਬਹਾਦਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਕਰ ਬਹਾਦਰੀ ਧਰਮ ਬਚਾਵਨ ਬਹਾਦਰੀ ਕਰਨੀ ਹੈ। ਬਹਾਦਰ ਨਾਂ ਹੀ ਨਹੀਂ ਰਖਾਇਆ, ਹੈ ਵੀ ਬਹਾਦਰ, ਤੇ ਉਹ ਬਹਾਦਰੀ ਕਰਕੇ ਧਰਮ ਬਚਾਣਾ ਹੈ। ਜਿਸ ਪ੍ਰਕਾਰ ਕਰ ਸਕਹਿ ਨ ਕੋਈ ਇਹੋ ਜਿਹਾ ਕੰਮ ਕੋਈ ਕਰ ਹੀ ਨਹੀਂ ਸਕਦਾ। ਕਰਬੇ ਕਹ ਸਮਰੱਥ ਇੱਕ ਸੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਹਨ ਜਿਹੜੇ ਐਸਾ ਕੰਮ ਕਰ ਸਕਦੇ ਨੇ। ਉਹਨਾਂ ਨੇ ਦਿੱਲੀ ਵਿੱਚ ਜਾ ਮੋਰਚੇ ਮੱਲੇ। ਉੱਥੇ ਫਿਰ ਹੁਣ ਅੱਗੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸਿੱਖਾਂ ਦੀਆਂ ਕਰਾਮਾਤਾਂ, ਭਾਈ ਮਤੀ ਦਾਸ ਦੇ ਬਚਨ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਗੇ ਜੋ ਵੀ ਦਿੱਲੀ ਵਿੱਚ ਵਾਪਰਿਆ ਇਤਿਹਾਸ ਆਪ ਜੀ ਸਰਵਣ ਕਰੋਗੇ। ਇਹ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਸੀ। ਇਸ ਕਰਕੇ ਇਤਿਹਾਸ ਦਾਸ ਨੇ ਜਾਰੀ ਰੱਖਿਆ। ਜਿੱਥੇ ਵੀ ਜਾ ਕੇ ਇਹ ਕਥਾ ਬੰਦ ਨਹੀਂ ਹੋਣ ਦਿੱਤੀ ਗੁਰੂ ਕਿਰਪਾ ਨਾਲ। ਆਪ ਜੀ ਨੈੱਟ ਦੇ ਰਾਹੀਂ ਵੀ ਸੁਣ ਰਹੇ ਹੋ ਤੇ ਗੁਰੂ ਘਰਾਂ ਵਿੱਚ ਵੀ ਬਹਿ ਕੇ ਸੁਣ ਰਹੇ ਹੋ। ਕਿਰਪਾ ਕਰਨ ਸਤਿਗੁਰੂ ਜੀ ਦੀ ਸ਼ਹੀਦੀ ਤੱਕ ਆਪ ਕਿਰਪਾ ਕਰਕੇ ਸੰਪੂਰਨ ਕਰਾ ਲੈਣ। ਇਹ ਉਹਨਾਂ ਦੀ ਕਿਰਪਾ ਹੋਵੇਗੀ, ਸਾਡਾ ਕੋਈ ਜ਼ੋਰ ਨਹੀਂ ਹੈ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦਨ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪੁਰੀਆਂ, ਸ਼ਬਦ ਗਾਵਣ ਆਈਆਂ।